आज ਤੁਹਾਨੂੰ ਕਹਾਣੀਆਂ ਸੁਣਾਵਾਂਗੇ, ਗਾਥਾਵਾਂ ਸੁਣਾਵਾਂਗੇ ਅਜਿਹੇ स्वतंत्रता सेनानियों की, इस तो इलावा अजिहे फौजियों की जिन्हों ने अपनी जान की परवाह नहीं की देश के लिए कुर्बानी देने के लिए एक बार भी अपना ते अपने परिवार की नहीं सोची। ये कहानियां सानू दसन जा रहे ने डिफेंस एक्सपर्ट मनदीप सिंह बाजवा। अनसुनिया कहानियां की कुछ सिखाती है, अज तुहानू इस प्रोग्राम दे विच दिखावांगे। 47 ਤੋਂ ਪਹਿਲਾਂ ਤੇ ਜਿਹੜਾ ਇਹਨਾਂ ਮੁਲਕ ਅੰਗਰੇਜ਼ਾਂ ਦਾ ਗੁਲਾਮ ਸੀਗਾ, ਉਦੋਂ ਵੀ ਸਾਡੀ ਫੌਜ ਨੇ ਬਹੁਤ ਸਾਰਾ ਕੰਮ ਕੀਤਾ ਸੀਗਾ, ਬਹੁਤ ਸਾਰੇ ਬਹਾਦਰੀਆਂ ਵਿਖਾਈਆਂ ਸੀਗੀਆਂ ਔਰ ਬਹੁਤ ਮਾਨ ਆਦਰ ਸਤਿਕਾਰ ਜਿੱਤਿਆ ਕਰਕੇ। ਸਨ 62 ਵਿੱਚ ਮੇਰੇ ਫਾਦਰ ਦੀ ਪਲਟਨ ਸੀ 13 ਫੀਲਡ ਪਲਟਨ, ਜਿਸ 'ਚ ਮੇਰਾ ਜਨਮ ਹੋਇਆ। ਉਹਦੇ ਗੁਰਦੁਆਰੇ ਵਿੱਚ ਵੀ ਮੇਰਾ ਨਾਮਕਰਨ ਹੋਇਆ। ਇਹਨਾਂ ਨੂੰ ਕਿਉਂਕਿ ਚੀਨੀਆਂ ਨੇ 20 ਅਕਤੂਬਰ ਨੂੰ ਹਮਲਾ ਕੀਤਾ ਸੀਗਾ। ਇਹ ਮੈਂ ਗੱਲ ਕਰ ਰਿਹਾ ਜਿਹੜਾ ਲਦਾਖ ਦੀ ਗੱਲ ਕਰ ਰਿਹਾ, ਅਤੇ 20 ਅਕਤੂਬਰ ਨੂੰ ਹਮਲਾ ਕੀਤਾ ਸੀ, ਜਿਹੜਾ ਕਿ ਇੱਕ ਅਗਾਂਹ ਵਧੂ ਨੀਤੀ ਦੇ ਰਾਹੀਂ ਅਸੀਂ ਕੁਛ ਚੌਂਕੀਆਂ ਬਣਾਈਆਂ ਸੀਗੀਆਂ, ਉਹ ਸਾਰੀ ਉਹਨਾਂ ਨੇ ਕਬਜ਼ਾ ਕਰ ਲਿਆ। ਕਿਤੇ ਅਖੀਰਲੇ ਦਮ ਤੱਕ ਲੜਦੇ ਰਹੇ, ਸ਼ਹਾਦਤਾਂ ਹੋਈਆਂ, ਕਾਫੀ ਸਾਰੇ ਜਵਾਨ ਸ਼ਹੀਦ ਹੋ ਗਏ, ਕੁਛ ਨਿਕਲ ਕੇ ਵਾਪਸ ਘੇਰੇ ਤੋਂ ਆ ਗਏ। ਅਤੇ ਫਿਰ ਉਹ ਤੋਂ ਬਾਅਦ ਇੱਕ ਠੱਲ ਜਿਹਾ ਪੈ ਗਿਆ, ਅਤੇ ਅਸੀਂ ਜਿਹੜਾ ਨਾ ਉਦੋਂ ਪਿੱਛੇ ਹਟ ਕੇ ਅਤੇ ਕੈਲਾਸ਼ ਰੇਂਜ ਜਿਹੜਾ ਹੈਗਾ, ਜਿਹੜਾ ਪੈਂਗੋਂਗ ਸੋ ਝੀਲ ਦੇ ਨਾਲ ਲੱਗਦਾ ਹੈ, ਔਰ ਉੱਥੇ ਜਿਹੜਾ ਨਾ ਉੱਥੇ ਆਪਣੇ ਡਿਫੈਂਸਿਸ ਅਸੀਂ ਬਣਾਏ ਸੀਗੇ। ਅਤੇ ਉਦੋਂ ਇੱਥੇ 36 ਸੈਕਟਰ 'ਚ ਰਹਿੰਦੇ ਨੇ ਮੇਜਰ ਰਜਿੰਦਰ ਨਾਥ, ਉਹ ਇੱਕ ਐਕਸਪੀਡੀਸ਼ਨ ਲੈ ਕੇ ਗਏ ਸੀ ਉੱਥੇ ਪਤਾ ਕਰਨ ਵਾਸਤੇ ਕਿ ਵਾਕਈ ਚੀਨੀਆਂ ਨੇ ਕੋਈ ਸੜਕ ਬਣਾਈ ਹੈ ਕਿ ਨਹੀਂ। ਅਤੇ ਉਹ ਆ ਕੇ ਆਪਸ ਨਾਲ ਰਿਪੋਰਟ ਕੀਤਾ ਸੀ ਕਿ ਵੀ ਉਹ ਕੁਛ ਸੁਰਾਗ ਮਿਲੇ ਨੇ ਕਿ ਚੀਨੀ ਉੱਥੇ ਆਉਂਦੇ ਜਾਂਦੇ ਆ, ਪਰ ਸੜਕ ਨਹੀਂ ਸੀ ਕੋਈ ਬਣੀ। ਫਿਰ ਦੁਬਾਰਾ ਇੱਕ ਐਕਸਪੀਡੀਸ਼ਨ ਸਨ 57 'ਚ ਗਿਆ ਸੀਗਾ, ਅਤੇ ਉਦੋਂ ਉਹਨਾਂ ਨੇ ਦੇਖਿਆ ਕਿ ਚੀਨੀਆਂ ਨੇ ਵਾਕਈ ਸੜਕ ਬਣਾਈ ਹੈ, ਜਿਹੜੇ ਕਿ ਉਹਨਾਂ ਵਾਸਤੇ ਇੱਕ ਰਣਨੀਤਿਕ ਤੌਰ 'ਤੇ ਬੜੀ ਅਹਿਮ ਗੱਲ ਹੈਗੀ ਆ। ਅਤੇ ਉਹ ਉਦੋਂ ਸਰਕਾਰ ਨੇ ਜਿਹੜਾ ਨਾ ਮੁਲਕ ਨੂੰ ਨਹੀਂ ਦੱਸਿਆ, ਮਗਰ 59 ਦੇ ਵਿੱਚ ਕੁਛ ਕਦਮ ਇਹਨਾਂ ਨੇ ਚੁੱਕੇ, ਕੁਛ ਢੁਕਵੇਂ ਕਦਮ ਚੁੱਕੇ। ਉਹਨਾਂ ਨੇ ਜਿਹੜਾ ਨਾ ਜ਼ਿੰਮੇਵਾਰੀ ਸਰਹੱਦਾਂ ਦੀ ਜ਼ਿੰਮੇਵਾਰੀ ਵਗੈਰਾ ਉਹਨੂੰ ਫੌਜ ਨੂੰ ਦੇ ਦਿੱਤੀ, ਅਤੇ ਫਿਰ ਫੌਜ ਦੀ ਉੱਥੇ ਤੈਨਾਤੀ ਹੋਣੀ ਸ਼ੁਰੂ ਹੋ ਗਈ। 7 ਪਲਟਨਾਂ ਨੇ, ਹਾਂਜੀ, ਪਹਿਲੀ, ਤੀਜੀ, ਚੌਥੀ, 5ਵੀਂ, 8ਵੀਂ, 9ਵੀਂ ਅਤੇ 11ਵੀਂ। ਅਤੇ ਇਹ ਤੁਸੀਂ ਦੇਖੋ ਹਰ ਮੋਰਚੇ 'ਤੇ ਹੁੰਦੇ ਨੇ। ਕੋਈ ਹੁਣ ਇਸ ਵੇਲੇ 38 39 ਪਲਟਨਾਂ ਨੇ, ਉਹਨੇ ਬਟਾਲੀਅਨਸ ਉਹਨਾਂ ਦੇ 7 ਰੈਜੀਮੈਂਟ ਦੇ ਵਿੱਚ, ਅਤੇ ਹਰ ਮੋਰਚੇ 'ਤੇ ਤੁਹਾਨੂੰ ਮਿਲਣਗੇ। ਔਰ ਇਹਨਾਂ ਦੀ ਕਾਰਵਾਈ ਜਿਹੜੀ ਹੈ, ਇਹਨਾਂ ਦਾ ਕੰਮ ਜਿਹੜਾ ਹਮੇਸ਼ਾ ਬਹੁਤ ਬਿਹਤਰ ਹੁੰਦਾ ਹੈ। ਔਰ ਇੱਕ ਖਾਸ ਇਹਨਾਂ ਦਾ ਆਪਣਾ ਇਹਨਾਂ ਦੀ ਇੱਕ ਤਹਿਜ਼ੀਬ ਹੈ, ਇੱਕ ਕਲਚਰ ਹੈ ਗੋਰਖਾ ਰਾਈਫਲ ਦਾ। ਔਰ ਹੁਣ ਤਾਂ ਬਹੁਤ ਸਾਰੇ ਭਾਰਤੀ ਗੋਰਖਾ ਵੀ ਭਰਤੀ ਹੋ ਰਹੇ ਨੇ, ਨੇਪਾਲੀ ਗੋਰਖਾ ਦੇ ਇਲਾਵਾ। ਇੱਕ ਮਾਨਵਰ ਆਪਣਾ ਅਫਸਰ ਸੀਗੇ, ਬਾਅਦ 'ਚ ਲੈਫਟੀਨੈਂਟ ਜਨਰਲ ਬਣ ਗਏ ਸੀਗੇ, ਗੁਰਬਚਨ ਸਿੰਘ, ਜਿਨ੍ਹਾਂ ਨੂੰ ਬੁੱਚ ਦੇ ਨਾਂ ਤੋਂ ਪ੍ਰਸਿੱਧ ਸੀਗੇ। ਅਤੇ ਉਹ ਉਹਨਾਂ ਦੀ ਪਲਟਨ ਤੋਂ ਭੇਜਣੇ ਸੀਗੇ ਟੈਂਕ AMX 13 ਫਰਾਂਸੀਸੀ ਟੈਂਕ ਨੇ, ਅਤੇ ਉਹ ਇੱਥੋਂ ਚੰਡੀਗੜ੍ਹ ਹਵਾਈ ਅੱਡੇ ਤੋਂ ਜਾਣੇ ਸੀਗੇ AN-12 ਜਹਾਜ਼ ਦੇ ਵਿੱਚ। ਅਤੇ ਬੜੀ ਕੋਸ਼ਿਸ਼ ਨਾਲ, ਬੜਾ ਜੁਗਾੜ ਵਰਤ ਕੇ ਇਹਨਾਂ ਨੇ ਰੈਂਪ ਬਣਾਏ ਕੀਤੇ, ਅਤੇ ਇਹਨਾਂ ਨੇ ਟੈਂਕ ਲੱਦੇ ਔਰ ਟੈਂਕ ਉੱਥੇ ਪਹੁੰਚਾਏ ਜਾ ਕੇ ਜੋਸ਼ੁਲ। ਔਰ ਉਹਨਾਂ ਨੇ ਬਹੁਤ ਵੱਡੀ ਕਾਰਵਾਈ ਕੀਤੀ ਔਰ ਬੜੀ ਬਹਾਦਰੀ ਦਲੇਰੀ ਨਾਲ ਕੰਮ ਕੀਤਾ ਰਿਹਾ। ਅਤੇ ਜਿਹੜੇ ਆਰਮਡ ਕੋਰ ਵਾਲਿਆਂ ਨੂੰ ਬੜਾ ਫਖਰ ਹੈ ਕਿ ਅਸੀਂ ਚੋਸ਼ੁਲ ਦੀ ਲੜਾਈ 'ਚ ਨਾ ਹੀ ਸਿਰਫ ਕਿ ਵੀ ਅਸੀਂ ਟੈਂਕ ਇੱਥੋਂ ਹਵਾਈ ਜਹਾਜ਼ 'ਤੇ ਚੜ੍ਹਾ ਕੇ ਲੈ ਕੇ ਗਏ, ਮਗਰ ਉੱਥੇ ਜਾ ਕੇ ਲੜਾਈ ਵੀ ਅਸੀਂ ਲੜੀ। ਅਤੇ ਸਨ 65 'ਚ ਅਪ੍ਰੈਲ ਦੇ ਵਿੱਚ ਪਾਕਿਸਤਾਨ ਨੇ ਇੱਕ ਕਿਸਮ ਦਾ ਹਿੰਦੁਸਤਾਨ ਦੇ ਉੱਤੇ ਦੀ ਪ੍ਰੀਖਿਆ ਲੈਣ ਵਾਸਤੇ ਕੱਛ ਵਿੱਚ ਹਮਲੇ ਕੀਤੇ ਸੀਗੇ। ਉੱਥੇ ਜ਼ਿਆਦਾ ਚੰਗਾ ਸਾਡਾ ਜਿਹੜੀ ਇੱਕ ਲੜਾਈ ਦਾ ਕੋਈ ਅੱਛਾ ਕਿਰਦਾਰ ਨਹੀਂ ਰਿਹਾ।
ਤੇ ਥੋੜ੍ਹਾ ਬਹੁਤ ਕੁਛ ਇੱਕ ਡੀਮੋਰਟਲਾਈਜੇਸ਼ਨ ਵਗੈਰਾ ਹੋ ਰਹੀ ਸੀ ਮੁਲਕ ਦੇ ਵਿੱਚ ਵੀ, ਫੌਜ ਦੇ ਵਿੱਚ ਵੀ। ਤੇ ਉਦੋਂ ਫਿਰ ਜਿਹੜੇ ਫੌਜ ਦੇ ਮੁਖੀ ਸੀਗੇ ਜਨਰਲ ਚੌਧਰੀ, ਉਹਨਾਂ ਨੇ ਉਸ ਵੇਲੇ ਤੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ, ਜਿਹੜੇ ਕਿ ਬੜੇ ਮਸ਼ਹੂਰ ਨੇ ਜੈ ਜਵਾਨ ਜੈ ਕਿਸਾਨ ਨਾਰਾ ਬੁਲੰਦ ਕਰਨ ਵਾਸਤੇ, ਉਹਨਾਂ ਨੇ ਪੁੱਛਿਆ ਕਿ ਅਸੀਂ ਕੋਈ ਕਾਰਵਾਈ ਕਰ ਦਈਏ, ਕੋਈ ਹਮਲਾ ਕਰ ਦਈਏ ਜਿਹਦੇ ਨਾਲ ਥੋੜ੍ਹਾ ਮੋਰਾਲ ਬੂਸਟ ਹੋਏ ਅਤੇ ਕੁਛ ਦੁਸ਼ਮਣ ਨੂੰ ਵੀ ਥੋੜ੍ਹਾ ਜਿਹਾ ਕੁਛ ਇੱਕ ਉਹਨਾਂ ਨੂੰ ਵੀ ਇੱਕ ਸੰਕੇਤ ਜਾਏਗਾ। ਅਤੇ ਸ਼ਾਸਤਰੀ ਨੇ ਕਿਹਾ ਬੇਸ਼ੱਕ ਕਰ ਦਿਓ। ਉਹ ਫਿਰ ਉਹਨਾਂ ਨੇ ਫਿਰ ਜਿਹੜੇ ਇੱਥੇ ਵੈਸਟਰਨ ਆਰਮੀ ਕਮਾਂਡਰ ਸੀ ਜਨਰਲ ਹਰਬਖਸ਼ ਸਿੰਘ, ਉਹਨਾਂ ਨੂੰ ਕਿਹਾ। ਜਨਰਲ ਹਰਬਖਸ਼ ਨੇ ਫਿਰ ਕਾਰਗਿਲ ਦੇ ਵਿੱਚ ਬ੍ਰਿਗੇਡ ਕਮਾਂਡਰ ਜਿਹੜੇ ਸੀਗੇ 121 ਬ੍ਰਿਗੇਡ ਦੇ, ਉਹਨਾਂ ਨੂੰ ਕਿਹਾ ਕਿ ਤੁਸੀਂ ਕੁਛ ਉੱਥੇ ਕਰੋ। ਜਿਹੜੀ ਭਾਰਤੀ ਵਾਯੂ ਸੈਨਾ, ਉਹਦਾ ਵੀ ਕਿਰਦਾਰ ਜਿਹੜਾ ਹੈ ਨਾ ਬੜਾ ਅਹਿਮ ਰਿਹਾ। ਔਰ ਇਹਨਾਂ ਨੇ ਪਾਕਿਸਤਾਨ ਦੇ ਉੱਤੇ ਇੱਕ ਜਿਹੜਾ ਸਟ੍ਰੈਟੇਜਿਕ ਬੰਬਿੰਗ ਕੈਂਪੇਨ ਚਲਾਇਆ ਇਹ ਪੱਛਮੀ ਖੇਤਰ ਦੇ ਵਿੱਚ। ਉਹਦੇ ਤਹਿਤ ਪਾਕਿਸਤਾਨ ਦੀ ਸੂਈ ਗੈਸ ਫੀਲਡ ਜਿਹੜੀ ਹੈ ਉੱਤੇ ਹਮਲਾ ਕੀਤਾ। ਪਾਕਿਸਤਾਨ ਦੇ ਨੂੰ 6 ਮਹੀਨੇ ਗੈਸ ਦੇ ਬਗੈਰ ਕੰਮ ਚਲਾਉਣਾ ਪੈ ਗਿਆ, ਕਿਉਂਕਿ ਸਾਰਾ ਜਿਹੜਾ ਨਾ ਫੈਸਿਲਿਟੀਜ਼ ਵਗੈਰਾ ਸਾਰੀਆਂ ਇਹਨਾਂ ਨੇ ਤਬਾਹ ਕਰਤੀਆਂ ਸੀਗੀਆਂ। ਇੱਧਰੋਂ ਅਗਰਤਲਾ ਵੱਲੋਂ ਅਸੀਂ ਹਮਲਾ ਕਰ ਰਹੇ ਹਾਂ ਅਤੇ ਇਹ ਜਿਹੜਾ ਨਾ ਜੇ ਅਸੀਂ ਬੜਾ ਵੱਡਾ ਉੱਥੇ ਵਿਸ਼ਾਲ ਦਰਿਆ ਮੇਘਨਾ ਜੇ ਉਹ ਪਾਰ ਕਰ ਦਈਏ ਤਾਂ ਸਿੱਧਾ ਡਾਕੇ ਤੱਕ ਪਹੁੰਚਿਆ ਜਾ ਸਕਦਾ। ਅਤੇ ਉਹ ਫਿਰ ਇਹਨਾਂ ਨੇ ਕੁਛ ਜਿਹੜੇ ਪਾਕਿਸਤਾਨ ਦੇ ਕੁਛ ਜਿਹੜੀਆਂ ਟੁਕੜੀਆਂ ਸੀਗੀਆਂ ਉਹਨਾਂ ਨੂੰ ਉੱਥੇ ਬਲੌਕ ਕਰਤਾ। ਉਹ ਵੀ ਇੱਕ ਪਹਿਲਾਂ ਇੱਕ ਹੈਲੀਕਾਪਟਰ ਆਪਰੇਸ਼ਨ ਕੀਤਾ ਸੀ ਸਿਲਟ, ਅਤੇ ਉੱਥੇ ਬਲੌਕ ਕੀਤਾ ਕਿ ਵੀ ਇਹ ਢਾਕਾ ਵੱਲ ਵਾਪਸ ਨਹੀਂ ਮੁੜ ਸਕਦੇ। ਅਤੇ ਉਹ ਕਰੇ ਦੂਜੀ ਵੀ ਕੁਛ ਇਹਨਾਂ ਦੀ ਫੌਜ ਉੱਧਰ ਸੀਗੀ ਮੇਘਨਾ ਤੋਂ ਪਿੱਛੇ ਹਟ ਕੇ, ਅਤੇ ਇੱਧਰ ਬਹਿਰ ਬਾਜ਼ਾਰ ਦੇ ਵਿੱਚ ਉਹਨਾਂ ਨੂੰ ਵੀ ਇੱਕ ਤਰ੍ਹਾਂ ਬੋਟਲ ਅਪ ਕੀਤਾ ਗਿਆ ਤਾਂ ਕਿ ਉਹ ਢਾਕਾ ਵੱਲ ਵਿਡਰਾਅ ਨਹੀਂ ਕਰ ਸਕਦੇ। ਔਰ ਫਿਰ ਹੈਲੀਕਾਪਟਰਾਂ ਦੇ ਰਾਹੀਂ ਇਹਨਾਂ ਨੇ ਫੌਜ ਮੇਘਨਾ ਤੋਂ ਪਾਰ ਪਹੁੰਚਾਈ। ਉੱਥੇ ਉਹਨਾਂ ਨੇ ਬੜੀ ਇਨੋਵੇਸ਼ਨ ਜੁਗਾੜ ਵਰਤ ਕੇ ਰਿਕਸ਼ੇ, ਟਰੱਕ, ਟ੍ਰੇਨਾਂ ਔਰ ਹਰ ਤਰ੍ਹਾਂ ਦੀ ਜਿਹੜੇ ਇੱਕ ਵਾਹਨ ਵਰਤ ਕੇ ਅਤੇ ਇਹ ਆਪਣੀ ਫੌਜ ਨੂੰ ਢਾਕਾ ਦੇ ਕੋਲ ਪਹੁੰਚਾਇਆ। ਉਹ ਫਿਰ ਉਹਦੇ ਨਾਲ ਹੋਰ ਵੀ ਪਾਸਿਓਂ ਢਾਕੇ ਵੱਲ ਐਡਵਾਂਸ ਹੋ ਰਿਹਾ ਸੀਗਾ। ਅਤੇ ਇਹ ਅੱਛਾ ਫਿਰ ਇਹਨਾਂ ਦਾ ਦੂਜਾ ਮੇਘਨਾ ਦਾ ਆਪਰੇਸ਼ਨ ਕੀਤਾ ਇਹਨਾਂ ਨੇ ਕਿ ਢਾਕਾ ਦਾ ਜਿਹੜਾ ਸਰਬਰਬ ਸੀਗਾ, ਦੱਖਣੀ ਸਰਬਰਬ, ਉੱਥੇ ਵੀ ਆਪਣਾ ਸਾਡੇ ਟਰੂਪਸ ਹੈਲੀਕਾਪਟਰ ਦੇ ਰਾਹੀਂ ਲੈਂਡ ਕੀਤੇ। ਉਹ ਫਿਰ ਚਾਰੋਂ ਤਰਫ ਉਹ ਘਿਰ ਗਏ ਔਰ ਉਹਨਾਂ ਕੋਲ ਇੰਨੀ ਉੱਥੇ ਫੌਜ ਨਹੀਂ ਸੀ ਕਿ ਵੀ ਦਿਫਾ ਕਰ ਸਕਣ। ਅਤੇ ਉਹ ਫਿਰ ਉਸ ਤੋਂ ਬਾਅਦ ਕੋਈ ਚਾਰਾ ਨਹੀਂ ਸੀ ਉਹਨਾਂ ਨੂੰ ਸਿਰਫ ਕਿ ਵੀ ਆਤਮ ਸਮਰਪਣ ਦਾ ਹਥਿਆਰ ਸੁੱਟਣ ਦਾ। ਹਾਂ, ਉੱਥੇ ਇਹਨਾਂ ਕੋਲ ਚੀਨੀ 122 ਮਿਲੀਮੀਟਰ ਦੇ ਹਾਰਡਜ਼ਰ ਸੀਗੇ ਅਤੇ ਉਹਦੀ ਇੱਕ ਬੈਟਰੀ ਉੱਥੇ ਸੀ। ਅਤੇ ਉਹ ਫਿਰ ਇਹਨਾਂ ਨੂੰ ਟਾਸਕ ਦਿੱਤਾ ਗਿਆ 9 ਪੈਰਾ ਕਮਾਂਡੋ ਦੀ ਜਿਹੜੀ ਗਰੁੱਪ ਸੀਗਾ ਕਿ ਤੁਸੀਂ ਇਸ ਬੈਟਰੀ ਨੂੰ ਜਿਹੜਾ ਨਾ ਬੈਟਰੀ ਨੂੰ ਵਿਫਲ ਕਰਨਾ ਹੈ। ਸੋ ਇਹ ਜਿਹੜਾ ਨਾ ਨਿਯੰਤਰਣ ਰੇਖਾ ਜਿਹੜੀ ਹੁਣ ਨਿਯੰਤਰਣ ਰੇਖਾ ਕਹਿੰਦੇ ਆ, ਉਦੋਂ ਸੀਜ਼ਫਾਇਰ ਲਾਈਨ ਕਹਿੰਦੇ ਸੀਗੇ, ਉਹਦੇ ਵਿੱਚੋਂ ਇਨਫਿਲਟਰੇਟ ਹੋ ਕੇ ਅਤੇ ਬਗੈਰ ਪਾਕਿਸਤਾਨ ਨੂੰ ਪਤਾ ਲੱਗੇ ਇੱਕ ਪੂਰਾ 100 ਬੰਦਿਆਂ ਦਾ ਦਸਤਾ ਸੀਗਾ ਅਤੇ ਉਹਨਾਂ ਦੀ ਜਿਹੜੀ ਬੈਟਰੀ ਹੈ ਮੰਡੋਲ ਦੇ ਕੋਲ ਜਿਹੜੀ ਸੀਗੀ ਉਹਦੇ ਕੋਲ ਪਹੁੰਚੇ। ਉੱਥੋਂ ਫਿਰ ਇਹਨਾਂ ਨੇ ਹਮਲਾ ਕੀਤਾ। ਉਹਨਾਂ ਦੇ ਸਾਰੇ ਜਿੰਨੇ ਵੀ ਤੋਪਚੀ ਸੀਗੇ ਸਾਰੇ ਮਾਰੇ ਔਰ 6 ਦੀ 6 ਜਿਹੜੀ ਤੋਪਾਂ ਸੀਗੀਆਂ ਉਹਨਾਂ ਦੇ ਉੱਤੇ ਇਹਨਾਂ ਨੇ ਐਕਸਪਲੋਸਿਵ ਚਾਰਜ ਲਾ ਕੇ ਤੇ ਸਾਰੇ ਉਡਾਏ। ਔਰ ਫਿਰ ਇਹ ਆਪਣਾ ਕਰਕੇ ਤੇ ਵਾਪਸ ਆ ਗਏ। ਬੜੀ ਥੋੜ੍ਹੀ ਕੈਜੁਅਲਟੀ ਸੀਗੀ ਇਹਨਾਂ ਨੇ ਆਪਣੀਆਂ, ਮਗਰ ਉਹ ਉਹਨਾਂ ਦੀ ਬੈਟਰੀ ਖਤਮ ਕਰਤੀ ਬਿਲਕੁਲ। ਉਹ ਬਾਇਓਪਿਕ ਵੀ ਬਣੀ ਹੈ, ਮਗਰ ਇਕੱਲੇ ਬਾਇਓਪਿਕ 'ਤੇ ਨਹੀਂ ਸਾਨੂੰ ਜਾਣਾ ਚਾਹੀਦਾ, ਉਹਦੀ ਕਹਾਣੀ ਪੂਰੀ ਦੇਖਣੀ ਚਾਹੀਦੀ ਹੈ, ਸੁਣਨੀ ਚਾਹੀਦੀ ਹੈ। ਬੜਾ ਬਹਾਦਰ ਸੀਗਾ, ਦਲੇਰ ਸੀਗਾ। ਉਹਦੇ ਬੰਦੇ ਉਹਦੇ ਪਿੱਛੇ ਹਰ ਥਾਂ ਬੇਸ਼ੱਕ ਤੁਸੀਂ ਉਹਨਾਂ ਨੂੰ ਇੱਥੇ ਨਰਕ ਵਿੱਚ ਲੈ ਜਾਓ, ਉਹ ਨਾਲ ਜਾਣ ਨੂੰ ਤਿਆਰ ਸੀਗੇ। ਇਹੋ ਜਿਹੀ ਉਹਦੀ ਪਰਸਨੈਲਿਟੀ ਸੀਗੀ ਔਰ ਇਹੋ ਜਿਹਾ ਉਹਦਾ ਸੀਗਾ। ਔਰ ਜਿਸ ਤਰ੍ਹਾਂ ਉਹਦੇ ਖੈਰ ਉਹਨੇ ਨਵੀਂ ਦਿਲ ਇਹ ਦਿਲ ਮੰਗੇ ਮੋਰ, ਸ਼ੇਰ ਸ਼ਾਹ ਦੀ ਇਹ ਸਾਰਾ ਕੁਝ ਪ੍ਰਚਲਿਤ ਕੀਤਾ, ਉਹ ਸਾਰਾ ਉਹਦੀ ਇੱਕ ਪਰਸਨੈਲਿਟੀ ਦਾ ਹਿੱਸਾ ਸੀਗਾ। ਔਰ ਉਹਦੇ ਕਰਕੇ ਜਿਹੜੇ ਉਹਦੇ ਆਦਮੀ ਹੈ, ਉਹਦੇ ਜਵਾਨ ਸੀਗੇ, ਉਹਦੇ ਨਾਲ ਹਰ ਥਾਂ ਜਾਣ ਨੂੰ ਤਿਆਰ ਸੀਗੇ, ਹਰ ਮੈਦਾਨ ਫਤਿਹ ਕਰਨ ਨੂੰ ਤਿਆਰ ਸੀਗੇ। ਔਰ ਉਹ ਇੱਕ ਪ੍ਰਤੀਕ ਹੈ ਕਿ ਜਿਹੜੇ
ਭਾਰਤੀ ਲੀਡਰਸ਼ਿਪ ਹੈ, ਅਫਸਰਾਂ ਦਾ ਇੱਕ ਪ੍ਰਤੀਕ ਹੈ ਕਿ ਜਿਸ ਤਰ੍ਹਾਂ ਦੀ ਉਹਨਾਂ ਨੂੰ ਟ੍ਰੇਨਿੰਗ ਮਿਲਦੀ ਹੈ, ਜਿਸ ਤਰ੍ਹਾਂ ਦੀ ਸਿੱਖਿਆ ਇਹਨਾਂ ਨੂੰ ਮਿਲਦੀ ਹੈ, ਔਰ ਜਿਸ ਤਰ੍ਹਾਂ ਦਾ ਇੱਕ ਮੋਰਲ ਫੋਰਸ ਉਹਨਾਂ ਦੇ ਵਿੱਚ ਭਰਿਆ ਜਾਂਦਾ ਹੈ, ਔਰ ਜਿਸ ਤਰ੍ਹਾਂ ਉਹਨਾਂ ਦੀ ਰਵਾਇਤ ਹੁੰਦੀ ਹੈ ਫੋਲੋ ਮੀ, ਕਿ ਮੇਰੇ ਪਿੱਛੇ ਆਓ, ਕਿ ਤਾਂ ਕਿ ਸਭ ਤੋਂ ਅੱਗੇ ਹੁੰਦੇ। ਇਸ ਕਰਕੇ ਦੇਖੋ ਕਿ ਅੰਕੜਿਆਂ ਦੇ ਹਿਸਾਬ ਨਾਲ ਜਿਹੜੇ ਅਫਸਰ ਨੇ ਭਾਰਤੀ ਸੈਨਾ ਦੇ, ਸਭ ਤੋਂ ਜ਼ਿਆਦਾ ਉਹਨਾਂ ਦੀ ਕੈਜੁਅਲਟੀ ਉਹਨਾਂ ਦੀ ਹੁੰਦੀ ਹੈ, ਕਿਉਂਕਿ ਹਮੇਸ਼ਾ ਅੱਗੇ ਹੁੰਦੇ ਨੇ ਔਰ ਹਮੇਸ਼ਾ ਆਪਣਾ ਸ਼ਹਾਦਤ ਦੇਣ ਵਾਸਤੇ ਤਿਆਰ ਹੁੰਦੇ ਨੇ, ਹਮੇਸ਼ਾ ਗੋਲੀ ਖਾਣ ਵਾਸਤੇ ਤਿਆਰ ਹੁੰਦੇ ਨੇ। ਸੋ ਬਿਕਰਮ ਬਤਰਾ ਜਿਹੜਾ ਨਾ ਇੱਕ ਬਹੁਤ ਵੱਡਾ ਪ੍ਰਤੀਕ ਹੈ, ਇੱਕ ਬਹੁਤ ਬੜੀ ਵੱਡੀ ਮਿਸਾਲ ਹੈ ਕਿ ਜਿਹੜੀ ਭਾਰਤੀ ਫੌਜ ਦੀ ਯੂਨਿਟ ਲੀਡਰਸ਼ਿਪ ਦਾ। ਸਰ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਟੁਡੇ ਦੇ ਵਿੱਚ। ਬੜੀ ਮਿਹਰਬਾਨੀ ਮੈਨੂੰ ਸੱਦਣ ਦੀ। ਮੈਂ ਇਹ ਵੀ ਦੱਸਦਾ ਕਿ ਸਰ ਹਰ ਸਾਲ ਮਿਲਟਰੀ ਲਿਟਰੇਚਰ ਫੈਸਟ ਕਰਵਾਉਂਦੇ ਹਨ, ਡਾਇਰੈਕਟਰ ਵੀ ਹੈ ਉਸਦੇ। ਸਰ ਵੈਸੇ ਤਾਂ ਅਸੀਂ ਤੁਹਾਨੂੰ ਹਮੇਸ਼ਾ ਫੀਲਡ ਤੇ ਹੀ ਮਿਲੇ ਹੈ ਨਾ, ਅੱਜ ਤੁਹਾਡੇ ਕੋਲ ਆਏ ਆ ਇੱਕ ਅਜਿਹਾ ਜਿਹੜੀ ਸਟੋਰੀ ਸੁਣਨ ਦੇ ਲਈ, ਕਿਉਂਕਿ ਉਹ ਸ਼ਾਇਦ ਸਾਡੇ ਲਈ ਸਟੋਰੀਜ਼ ਹੈ, ਲੇਕਿਨ ਜਿਨ੍ਹਾਂ ਨੇ ਐਕਸਪੀਰੀਅੰਸ ਕੀਤਾ ਹੈ ਉਹਨਾਂ ਦੇ ਲਈ ਉਹ ਕਿਸ ਤਰ੍ਹਾਂ ਦਾ ਪਲ ਰਹਿੰਦਾ ਹੈ ਨਾ, ਉਹ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਅਜਿਹੇ ਦੇ ਵਿੱਚ ਉਹਨਾਂ ਨੂੰ ਐਕਸਪਲੇਨ ਕਰਨਾ ਵਰਡਸ ਦੇ ਵਿੱਚ। ਬਟ ਫਿਰ ਵੀ ਅਸੀਂ ਤੁਹਾਡੇ ਤੋਂ ਸੁਣਨਾ ਚਾਹਾਂਗੇ ਕੁਝ ਅਜਿਹੀ ਸਟੋਰੀਜ਼ ਜਿਹੜੀ ਕਿ ਲੋਕਾਂ ਨੂੰ ਪਤਾ ਹੋਣੀ ਚਾਹੀਦੀ ਹੈ। ਦੇਖੋ ਜੀ, ਫੌਜ ਤੇ ਲੜਾਈ ਤੇ ਜੰਗ ਵਗੈਰਾ ਇਹ ਜਿਹੜਾ ਹਮੇਸ਼ਾ ਇਹ 'ਚ ਇਨਸਾਨ ਲੜਦੇ ਨੇ, ਔਰ ਮਾਨਵ ਦਿਲਚਸਪੀ ਦੇ ਕਾਰਨ ਦੇ ਬਹੁਤ ਸਾਰੀਆਂ ਕਹਾਣੀਆਂ ਨੇ, ਬੰਦਿਆਂ ਦੀਆਂ, ਔਰਤਾਂ ਦੀਆਂ, ਜੰਗਾਂ ਦੀਆਂ, ਜਿੱਤਾਂ ਦੀਆਂ, ਹਾਰਾਂ ਦੀਆਂ, ਕੁਰਬਾਨੀਆਂ ਦੀਆਂ, ਔਰ ਇਹ ਜਿਹੜਾ ਲਗਨ ਹੈ, ਪ੍ਰੋਫੈਸ਼ਨਲਿਜ਼ਮ ਵਗੈਰਾ, ਇਹ ਕਹਾਣੀਆਂ ਨੇ। ਅਤੇ ਉਹ ਜਿਹੜਾ ਹੈ ਨਾ, ਮੈਂ ਸਮਝਦਾ ਕਿ ਬੜਾ ਜ਼ਰੂਰੀ ਹੈ ਸਾਰੇ ਮੁਲਕ ਨੂੰ ਜਾਣਨ ਵਾਸਤੇ, ਖਾਸ ਕਰਕੇ ਨਵੀਂ ਪੀੜ੍ਹੀ ਨੂੰ, ਤਾਂ ਕਿ ਉਹ ਵੀ ਪ੍ਰੇਰਿਤ ਹੋਣ ਕਿ ਨਾ ਸਿਰਫ ਫੌਜ ਵਿੱਚ ਜਾਣ, ਕਿ ਵੈਸੇ ਦੇਸ਼ ਸੇਵਾ ਕਰਨ, ਔਰ ਆਪਣੇ ਹਰ ਖੇਤਰ ਦੇ ਵਿੱਚ ਉਹੀ ਲਗਨ, ਉਹੀ ਦ੍ਰਿੜਤਾ, ਉਹੀ ਦੇਸ਼ ਪ੍ਰੇਮ ਵਗੈਰਾ ਉਹ ਵੀ ਵਿਖਾਉਣ। ਸੋ ਇਸ ਕਰਕੇ ਮੈਂ ਚਾਹੁੰਦਾ ਕਿ ਵੀ ਇਹ ਕਹਾਣੀਆਂ ਨਸ਼ਰ ਕੀਤੀ ਜਾਣ ਔਰ ਇਹ ਲੋਕਾਂ ਦੇ ਸਾਹਮਣੇ ਆਉਣ। ਸ਼ੁਰੂਆਤ ਕਿਹੜੀ ਕਹਾਣੀ ਤੋਂ ਕਰੋਗੇ ਸਰ? ਦੇਖੋ ਜੀ, ਸੰਨ 47 ਤੋਂ ਪਹਿਲਾਂ ਤੇ ਜਿਹੜਾ ਇਹਨਾਂ ਮੁਲਕ ਅੰਗਰੇਜ਼ਾਂ ਦਾ ਗੁਲਾਮ ਸੀਗਾ, ਉਦੋਂ ਵੀ ਸਾਡੀ ਫੌਜ ਨੇ ਬਹੁਤ ਸਾਰਾ ਕੰਮ ਕੀਤਾ ਸੀਗਾ, ਬਹੁਤ ਸਾਰੇ ਬਹਾਦਰੀਆਂ ਵਿਖਾਈਆਂ ਸੀਗੀਆਂ, ਔਰ ਬਹੁਤ ਮਾਣ ਆਦਰ ਸਤਿਕਾਰ ਜਿੱਤਿਆ ਕਰਕੇ। ਪਰ ਜੇ ਅਸੀਂ, ਕਿਉਂਕਿ ਹੁਣ ਪਿਛਲੇ ਸਾਲ ਅਸੀਂ ਆਜ਼ਾਦੀ ਦੇ 75 ਸਾਲ ਪੂਰੇ ਕੀਤੇ ਆ, ਸੋ ਜੇ ਸ਼ੁਰੂ ਆਪਾਂ 47 ਤੋਂ ਸ਼ੁਰੂ ਕਰੀਏ, ਔਰ ਉਹ ਕਹਾਣੀਆਂ, ਉਹ ਜਿਹੜੇ ਨੇ ਕਿੱਸੇ ਜਿਹੜੇ ਕਿ ਵੀ ਆਜ਼ਾਦ ਹਿੰਦੁਸਤਾਨ ਦੀ ਰੱਖਿਆ ਦੇ ਵਿੱਚ ਉਹ ਨਾਲ ਤਲਕ ਰੱਖਦੇ ਨੇ, ਅਤੇ ਉਹ ਮੇਰੇ ਖਿਆਲ ਬਿਹਤਰ ਹੋਏਗਾ। ਅਤੇ ਜੋ ਸ਼ੁਰੂ ਕਰੀਏ ਆਪਾਂ ਕਿ ਪਹਿਲਾ ਮੌਕਾ ਜਦੋਂ ਸੀਗਾ ਕਿ ਸਾਡੀ ਫੌਜ ਨੂੰ ਇੱਕ ਆਜ਼ਾਦ ਭਾਰਤ ਦੀ ਰੱਖਿਆ ਵਾਸਤੇ ਜਾਣਾ ਪੈ ਗਿਆ। ਅਕਤੂਬਰ 47 ਦੀ ਗੱਲ ਹੈ। ਪਾਕਿਸਤਾਨ ਨੇ ਬਹੁਤ ਸਾਰੇ ਕਬਾਇਲੀ ਜਿਹੜੇ ਸੀਗੇ, ਉਹਨਾਂ ਨਾਲ ਆਪਣੇ ਫੌਜੀ ਵੀ ਦੂਜੇ ਆਪਣਾ ਚਿੱਟੇ ਕੱਪੜਿਆਂ ਦੇ ਵਿੱਚ ਭੇਜੇ ਸੀਗੇ ਕਿ ਕਸ਼ਮੀਰ ਦੇ ਉੱਤੇ ਫਤਹ ਪਾਉਣ ਵਾਸਤੇ, ਉੱਥੇ ਕਬਜ਼ਾ ਕਰਨ ਵਾਸਤੇ। ਅਤੇ ਉਹ ਜਿਹੜਾ ਇੱਕ ਸੜਕ, ਮੁੱਖ ਜਿਹੜੀ ਸੜਕ ਜਿਹੜੀ ਜਾਂਦੀ ਸੀ ਕਸ਼ਮੀਰ ਵਾਸਤੇ, ਉਹ ਬੜੀ ਤੋਂ ਲੈ ਕੇ 2 ਮੀਲ ਮੁਜ਼ੱਫਰਾਬਾਦ ਹੋ ਕੇ ਅਤੇ ਉਰੀ ਅਤੇ ਬਾਰਾਮੂਲਾ ਹੋ ਕੇ ਅਤੇ ਇੱਥੇ ਆਪਣਾ ਸ਼੍ਰੀਨਗਰ ਪਹੁੰਚਦੀ ਸੀ। ਅਤੇ ਉਹ ਉਸੇ ਰਾਹ ਤੋਂ ਜਿਹੜਾ ਹੈ ਨਾ ਕਬਾਇਲੀ ਅਤੇ ਜਿਹੜਾ ਉਹਨਾਂ ਦਾ ਸੀਗਾ ਇੱਕ ਕਾਰਵਾਈ, ਆਪਣਾ ਆਪਰੇਸ਼ਨ ਜਿਬਰਾਲਟਰ ਦਾ ਨਾਂ ਰੱਖਿਆ ਸੀਗਾ, ਅਤੇ ਜਿਹੜੀ ਉਹ ਇੱਕ ਫੋਰਸ ਸੀਗੀ ਉਹ ਇਸੇ ਸੜਕ 'ਤੇ ਆ ਰਹੀ ਸੀ। ਅਤੇ 2 ਮੀਲ ਦੇ ਥਾਂ 'ਤੇ ਜੰਮੂ ਔਰ ਕਸ਼ਮੀਰ ਰਿਆਸਤ ਦੀ ਇੱਕ ਪਲਟਨ ਸੀਗੀ, ਚੌਥੀ ਪਲਟਨ ਸੀ ਉਹਨਾਂ ਦੀ, ਅਤੇ ਉਹਦੇ ਵਿੱਚ ਅੱਧੇ ਮੁਸਲਮਾਨ ਸੀਗੇ, ਅੱਧੇ ਹਿੰਦੂ ਡੋਗਰੇ ਸੀਗੇ। ਤਾਂ ਉਹ ਇੱਕ ਦਿਨ ਰਾਤ ਨੂੰ ਅਕਤੂਬਰ ਦੇ ਅਖੀਰ ਦੇ ਦਿਨਾਂ 'ਚ ਜਿਹੜੇ ਮੁਸਲਮਾਨ ਨੇ ਉਹਨਾਂ ਬਗਾਵਤ 'ਚ ਆ ਗਏ, ਅਤੇ ਉਹਨਾਂ ਨੇ ਆਪਣੇ ਜਿਹੜੇ ਹਿੰਦੂ ਸਾਥੀ ਸੀ ਬਹੁਤੇ ਮਾਰ ਦਿੱਤੇ, ਅਤੇ ਉਹ ਇਹਦੇ ਨਾਲ ਰਾਹ ਖੁੱਲ੍ਹ ਗਿਆ। ਪਾਕਿਸਤਾਨੀ ਜਿਹੜੀ ਫੋਰਸ ਸੀਗੀ
ਉਹਦਾ ਰਾਹ ਖੁੱਲ੍ਹ ਗਿਆ ਅੱਗੇ ਸ਼੍ਰੀਨਗਰ ਵੱਲ ਕੂਚ ਕਰਨ ਦਾ। ਅਤੇ ਉਹ ਉੱਥੋਂ ਦੋਮੈਲ ਅਤੇ ਮੁਜ਼ੱਫਰਾਬਾਦ ਤੋਂ ਅਤੇ ਅੱਗੇ ਜਾ ਕੇ ਸ਼੍ਰੀਨਗਰ ਦੇ ਵਿਚਕਾਰ ਕੋਈ ਫੌਜ ਨਹੀਂ ਸੀ, ਕੋਈ ਇਹੋ ਜਿਹੀ ਕੋਈ ਤਾਕਤ ਨਹੀਂ ਸੀ ਜਿਹੜਾ ਕਿ ਉਹਨੂੰ ਰੋਕ ਸਕੇ। ਅਤੇ ਉਦੋਂ ਜੰਮੂ ਅਤੇ ਕਸ਼ਮੀਰ ਜਿਹੜੀ ਰਿਆਸਤੀ ਫੌਜ ਸੀਗੀ ਉਹਦੇ ਆਫੀਸ਼ੀਏਟਿੰਗ ਚੀਫ ਆਫ ਸਟਾਫ ਸੀਗੇ ਬ੍ਰਿਗੇਡੀਅਰ ਰਜਿੰਦਰ ਸਿੰਘ। ਉਹਨਾਂ ਨੂੰ ਮਹਾਰਾਜਾ ਜੰਮੂ ਕਸ਼ਮੀਰ ਹਰੀ ਸਿੰਘ ਨੇ ਕਿਹਾ ਕਿ ਵੀ ਤੂੰ ਜਾ ਕੇ ਕੋਸ਼ਿਸ਼ ਕਰਕੇ ਵੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੇ। ਉਹਦੇ ਕੋਲ ਜਿੰਨੇ ਵੀ ਉੱਥੇ ਸੀਗੇ ਕਲਰਕ, ਕੋਈ ਇੱਥੇ ਬੈਟਮੈਨ, ਅਰਦਲੀ, ਇਸ ਤਰ੍ਹਾਂ ਕਰਕੇ ਸ਼੍ਰੀਨਗਰ ਦੇ ਵਿੱਚ ਮੌਜੂਦ ਸੀਗੇ ਜਿਹੜੇ ਉਹ ਇਕੱਠੇ ਕਰਕੇ 200 ਬੰਦੇ ਦੇ ਫੌਜ ਇਕੱਠੇ ਕਰਕੇ ਅਤੇ ਹੋ ਗਿਆ। ਅਤੇ ਉਰੀ ਤੋਂ ਪਰਾਂ ਦੀ ਜਾ ਕੇ ਨਾ ਉਹਨੇ ਇੱਕ ਰੋਡ ਬਲਾਕ ਬਣਾਇਆ ਅਤੇ ਉੱਥੇ ਇਹਨਾਂ ਨੂੰ ਰੋਕਿਆ। ਫਿਰ ਅੱਗੇ ਜਾ ਕੇ ਉਹ ਪਿੱਛੇ ਹਟੇ ਕਿਉਂਕਿ ਜਿਹੜੇ ਕਬਾਇਲੀ ਜਿਹੜੇ ਸੀਗੇ ਉਹ ਕਾਫੀ ਸੀ, ਤਾਦਾਦ ਵਿੱਚ ਸੀਗੇ ਔਰ ਇਹ ਸਿਰਫ 200 ਸੀਗੇ ਅਤੇ ਉਹ ਫਿਰ ਉਹਨਾਂ ਨੂੰ ਆਊਟਫਲੈਂਕ ਕਰ ਲੈਂਦੇ ਸੀਗੇ, ਜਿਹੜਾ ਕਿ ਇੱਕ ਕਬਾਇਲੀਆਂ ਦਾ ਇੱਕ ਫੇਵਰੇਟ ਟੈਕਟਿਕ ਸੀਗਾ। ਅਤੇ ਫਿਰ ਉਹ ਦੇਖ ਕੇ ਪਿੱਛੇ ਹਟ ਜਾਂਦੇ ਸੀਗੇ। ਅਤੇ ਫਿਰ ਅਖੀਰ 'ਚ ਥੋੜ੍ਹੇ ਜਣੇ ਰਹਿ ਗਏ ਸੀਗੇ ਅਤੇ ਬ੍ਰਿਗੇਡੀਅਰ ਰਜਿੰਦਰ ਸਿੰਘ ਫਿਰ ਉੱਥੇ ਹੀ ਰਹਿ ਗਏ ਕਿ ਮੈਂ ਇਹਨਾਂ ਨੂੰ ਇਹਨਾਂ ਮੁਕਾਬਲਾ ਕਰਦਾ ਅਤੇ ਬਾਕੀ ਜਿਹੜੇ ਕੁਛ ਗਿਣੇ ਚੁਣੇ ਜਿਹੜੇ ਬੰਦੇ ਸੀ ਥੋੜ੍ਹੇ ਰਹਿ ਗਏ ਸੀਗੇ ਕਿ ਤੁਸੀਂ ਨਿਕਲ ਜਾਓ। ਉਹ ਫਿਰ ਉਹ ਤੋਂ ਬਾਅਦ ਫਿਰ ਕਦੀ ਬ੍ਰਿਗੇਡੀਅਰ ਸਾਹਿਬ ਫਿਰ ਨਜ਼ਰ ਨਹੀਂ ਆਏ, ਮਾਰੇ ਗਏ ਕਰਕੇ। ਅਤੇ ਉਹ ਹਿੰਦੁਸਤਾਨ ਦੇ ਪਹਿਲੇ ਮਹਾਂਵੀਰ ਚੱਕਰਾ ਅਤੇ ਪਹਿਲੇ ਜਿਹੜਾ ਨਾ ਬਹਾਦਰੀ ਦੇ ਇਨਾਮ ਦੇ ਜੇਤੂ ਸੀਗੇ। ਸੋ ਉਹ ਜਿਹੜੀ ਦੇਣ ਉਹਨਾਂ ਦੀ ਹੈ, ਉਹ ਜਿਹੜੇ 2 ਦਿਨ ਉਹਨਾਂ ਨੇ ਰੋਕ ਕੇ ਰੱਖਿਆ, ਉਹਦੇ 'ਚ ਮੌਕਾ ਮਿਲ ਗਿਆ। ਉਹਦੇ ਵਿੱਚ ਭਾਰਤ ਸਰਕਾਰ ਨੇ, ਪੰਡਿਤ ਨਹਿਰੂ ਨੇ, ਸਰਦਾਰ ਪਟੇਲ ਨੇ ਮਹਾਰਾਜਾ ਕੋਲੋਂ ਜਿਹੜਾ ਇੰਸਟਰੂਮੈਂਟ ਆਫ ਐਕਸੈਸ਼ਨ ਦਸਤਖਤ ਕਰਵਾਏ, ਜਿਹਦੇ ਨਾਲ ਅਸੀਂ ਆਪਣੀ ਫੌਜ ਭੇਜ ਸਕਦੇ ਸੀਗੇ। 26 ਅਕਤੂਬਰ ਨੂੰ ਕਰਾਇਆ ਅਤੇ 27 ਤਰੀਕ ਨੂੰ ਸਵੇਰੇ ਫਸਟ ਸਿੱਖ ਪਲਟਨ ਦੇ ਜਿਹੜੇ ਜਵਾਨ ਉਹ ਹਵਾਈ ਜਹਾਜ਼ ਰਾਹੀਂ ਸ਼੍ਰੀਨਗਰ ਉਤਰੇ ਔਰ ਫਿਰ ਉਹਨਾਂ ਨੇ ਜਾ ਕੇ ਉਦੋਂ ਤੱਕ ਇਹ ਬਾਰਾਮੂਲਾ ਪਹੁੰਚ ਗਏ ਸੀਗੇ ਜਿਹੜੇ ਕਬਾਇਲੀ ਸੀਗੇ। ਅਤੇ ਇਹਨਾਂ ਨੇ ਫਿਰ ਜਾ ਕੇ ਉੱਥੇ ਕਹਿ ਕੇ ਬਾਰਾਮੂਲਾ ਜਾ ਕੇ ਰੋਕਿਆ, ਉੱਥੇ ਦਿਫਾ ਕੀਤੀ। ਸੋ ਉਹ 2 ਦਿਨ ਜਿਹੜਾ ਬ੍ਰਿਗੇਡੀਅਰ ਰਜਿੰਦਰ ਸਿੰਘ ਨੇ ਦਬਾ ਦਿੱਤੇ ਸਾਨੂੰ, ਅਤੇ ਨਹੀਂ ਤਾਂ ਫਿਰ ਇਹਨਾਂ ਨੇ ਸ਼੍ਰੀਨਗਰ ਪਹੁੰਚ ਜਾਣਾ ਸੀਗਾ ਔਰ ਉਹ ਹਵਾਈ ਅੱਡਾ ਉਹਨਾਂ ਦੇ ਕਬਜ਼ੇ 'ਚ ਹੋਣਾ ਸੀਗਾ। ਫਿਰ ਅਸੀਂ ਆਪਣੇ ਜਵਾਨ ਨਹੀਂ ਸੀ ਭੇਜ ਸਕਦੇ। ਹੋਰ ਜਿਹੜਾ ਰਾਹ ਸੀਗਾ ਉਹ ਬਨੀਹਾਲ ਪਾਸ ਦੇ ਉੱਥੋਂ ਉਸ ਜ਼ਮਾਨੇ 'ਚ ਸੁਰੰਗ ਨਹੀਂ ਸੀ ਹੁੰਦੀ, ਉਹ ਉੱਤੋਂ ਪਾਸ ਦੇ ਉੱਤੋਂ ਜਾਣਾ ਹੁੰਦਾ ਸੀਗਾ, ਉੱਥੇ ਵੀ ਉਹ ਰੋਕ ਲੈਣਾ ਸੀ ਉਹਨਾਂ ਨੇ, ਅਤੇ ਹੋਰ ਕੋਈ ਤਰੀਕਾ ਨਹੀਂ ਸੀਗਾ। ਸੋ ਉਹ ਜਿਹੜਾ ਨਾ ਬੜਾ ਮਹੱਤਵਪੂਰਨ ਹੈ ਬ੍ਰਿਗੇਡੀਅਰ ਸਾਹਿਬ ਦੀ ਕਾਰਵਾਈ, ਉਹਨਾਂ ਦਾ ਕੰਮ, ਉਹਨਾਂ ਦੀ ਦ੍ਰਿੜਤਾ ਜਿਹੜੀ ਵਿਖਾਈ ਹੈ ਔਰ ਉਹਨਾਂ ਦੀ ਸ਼ਹਾਦਤ, ਇਹ ਬਹੁਤ ਵੱਡੀ ਗੱਲ ਹੈਗੀ ਹੈ। ਫਿਰ ਅਸੀਂ ਜੇ ਆਈਏ ਸਨ 62 ਦੇ ਵਿੱਚ, ਸਨ 62 ਵਿੱਚ ਮੇਰੇ ਫਾਦਰ ਦੀ ਪਲਟਨ ਸੀ 13 ਫੀਲਡ ਪਲਟਨ, ਜਿਸ 'ਚ ਮੇਰਾ ਜਨਮ ਹੋਇਆ। ਉਹਦੇ ਗੁਰਦੁਆਰੇ ਵਿੱਚ ਵੀ ਮੇਰਾ ਨਾਮਕਰਨ ਹੋਇਆ। ਇਹਨਾਂ ਨੂੰ ਕਿਉਂਕਿ ਚੀਨੀਆਂ ਨੇ 20 ਅਕਤੂਬਰ ਨੂੰ ਹਮਲਾ ਕੀਤਾ ਸੀਗਾ। ਇਹ ਮੈਂ ਗੱਲ ਕਰ ਰਿਹਾ ਜਿਹੜਾ ਲੱਦਾਖ ਦੀ ਗੱਲ ਕਰ ਰਿਹਾ, ਅਤੇ 20 ਅਕਤੂਬਰ ਨੂੰ ਹਮਲਾ ਕੀਤਾ ਸੀ, ਜਿਹੜਾ ਕਿ ਇੱਕ ਅਗਾਂਹ ਵਧੂ ਨੀਤੀ ਦੇ ਰਾਹੀਂ ਅਸੀਂ ਕੁਛ ਚੌਂਕੀਆਂ ਬਣਾਈਆਂ ਸੀਗੀਆਂ, ਉਹ ਸਾਰੀ ਉਹਨਾਂ ਨੇ ਕਬਜ਼ਾ ਕਰ ਲਿਆ। ਕਿਤੇ ਅਖੀਰਲੇ ਦਮ ਤੱਕ ਲੜਦੇ ਰਹੇ, ਸ਼ਹਾਦਤਾਂ ਹੋਈਆਂ, ਕਾਫੀ ਸਾਰੇ ਜਵਾਨ ਸ਼ਹੀਦ ਹੋ ਗਏ, ਕੁਛ ਨਿਕਲ ਕੇ ਵਾਪਸ ਘੇਰੇ ਤੋਂ ਆ ਗਏ। ਅਤੇ ਫਿਰ ਉਹ ਤੋਂ ਬਾਅਦ ਇੱਕ ਠੱਲ ਜਿਹਾ ਪੈ ਗਿਆ, ਅਤੇ ਅਸੀਂ ਜਿਹੜਾ ਨਾ ਉਦੋਂ ਪਿੱਛੇ ਹਟ ਕੇ ਅਤੇ ਕੈਲਾਸ਼ ਰੇਂਜ ਜਿਹੜਾ ਹੈਗਾ, ਜਿਹੜਾ ਪੈਂਗੋਂਗ ਸੋ ਝੀਲ ਦੇ ਨਾਲ ਲੱਗਦਾ ਹੈ ਔਰ ਉੱਥੇ ਜਿਹੜਾ ਨਾ ਉੱਥੇ ਆਪਣੇ ਡਿਫੈਂਸਿਸ ਅਸੀਂ ਬਣਾਏ ਸੀਗੇ। ਅਤੇ ਫਿਰ ਇਹ ਤੋਪਖਾਨਾ ਭੇਜ ਗਿਆ, ਇੱਕ ਬੈਟਰੀ ਜਿਹੜੀ 13 ਫੀਲਡ ਦੀ ਉੱਥੇ ਗਈ ਸੀਗੀ ਔਰ ਇਹਨਾਂ ਨੇ ਬੜੀ ਲਗਨ ਨਾਲ ਲੜੇ ਸੀਗੇ। ਇਹ ਇੱਕ ਸਾਹਮਣੇ ਜਿਹੜਾ 8ਵੀਂ GR ਦੀ ਗੁਰਖਾ ਰਾਈਫਲ ਦੀ ਪਹਿਲੀ ਪਲਟਨ ਸੀਗੀ, ਉਹਨਾਂ ਨਾਲ ਇੱਕ ਆਬਜ਼ਰਵਰ ਪਾਰਟੀ ਸੀਗੀ, ਉਹਦੇ ਵਿੱਚ ਲੈਫਟੀਨੈਂਟ SD ਗੋਸਵਾਮੀ ਸੀਗੇ ਅਤੇ ਉਹਨਾਂ ਦੇ ਇੱਕ ਤਕਨੀਕੀ ਸਹਾਇਕ ਸੀਗੇ ਗੁਰਦੀਪ ਸਿੰਘ, ਅਤੇ 2 ਉਹਨਾਂ ਦੇ ਨਾਲ ਰੇਡੀਓ ਆਪਰੇਟਰ ਸੀਗੇ। ਅਤੇ ਉਹ ਉੱਥੋਂ ਆਪਣਾ ਸੂਚਨਾ ਦੇ ਰਹੇ ਸੀਗੇ ਪਿੱਛੇ ਤੋਪਾਂ ਨੂੰ ਕਿ ਵੀ ਦੁਸ਼ਮਣ ਇੱਥੋਂ ਆ ਰਿਹਾ, ਤੁਸੀਂ ਇੱਧਰ ਫਾਇਰ ਕਰੋ। ਉਹ ਮਤਲਬ ਜਿਹੜਾ ਸਪੋਟਿੰਗ ਜਿਹਨੂੰ ਕਹਿੰਦੇ ਆ ਉਹ ਕਰਕੇ,
ਤੇ ਕਾਫੀ ਭਾਰੀ ਤਾਦਾਦ ਦੇ ਵਿੱਚ ਇਹਨਾਂ ਤੇ ਗੋਲਾਬਾਰੀ ਚੀਨੀਆਂ ਦੇ ਬਹੁਤ ਸਾਰੀ ਕੈਜੁਅਲਟੀਆਂ ਹੋਈਆਂ। ਇਸ 'ਚ ਮੈਂ ਤੁਹਾਨੂੰ ਇੱਕ ਚੀਜ਼ ਪੁੱਛਣਾ ਚਾਹਾਂਗੀ, ਇੰਡੀਆ ਤੇ ਚਾਈਨਾ ਦਾ ਕੌਨਫਲਿਕਟ ਕਦ ਤੋਂ ਸ਼ੁਰੂ ਹੋਇਆ ਸੀਗਾ ਤੇ ਜਿਹੜੀ ਗੋਰਖਾ ਰਾਈਫਲ ਦੀ ਤੁਸੀਂ ਗੱਲ ਕੀਤੀ ਹੈ, ਇਹਨਾਂ ਦਾ ਕਿ ਸਿਰਫ ਉਸ ਜ਼ਿਆਦਾਤਰ ਜਿਹੜੀ ਲੜਾਈਆਂ ਨੇ ਜਾਂ ਜਿਹੜੀ ਅਸੀਂ ਕਹੀਏ ਕਿ ਜਿਹੜਾ ਗੋਰਖਾ ਰਾਈਫਲਸ ਹੈ ਜਾਂ ਜਿਹੜੀ ਇਹਨਾਂ ਦੀ ਬ੍ਰਿਗੇਡ ਹੈ ਜ਼ਿਆਦਾਤਰ ਉਸ ਪਾਸੇ ਹੀ ਵਰਕ ਕਰਦੀ ਹੈ? ਉਹ ਜੀ ਚੀਨ ਨੇ ਸਨ 50 ਦੇ ਵਿੱਚ ਇਹਨਾਂ ਨੇ ਤਿੱਬਤ 'ਤੇ ਕਬਜ਼ਾ ਕੀਤਾ। ਉਦੋਂ ਤੋਂ ਹੀ ਜਿਹੜਾ ਨਾ ਇੱਕ ਸ਼ੰਕਾ ਪੈਦਾ ਹੋ ਗਈ ਸੀਗੀ ਕਿ ਵੀ ਇਹ ਚੀਨੀ ਕਰਕੇ। ਔਰ ਅਕਸਾਈ ਚੀਨ ਦਾ ਇਲਾਕਾ ਹੈ ਕਿ ਜਿਹੜਾ ਬੜਾ ਪਿਛੜਿਆ ਹੋਇਆ, ਬੜਾ ਕੱਟਿਆ ਹੋਇਆ, ਦੂਰ ਦਰਾਜ਼ ਹੈ। ਔਰ ਉੱਥੇ ਆਪਣਾ ਜੰਮੂ ਕਸ਼ਮੀਰ ਰਿਆਸਤ ਦਾ ਹਿੱਸਾ ਸੀਗਾ ਅਤੇ ਉਦੋਂ ਵੀ ਉਹਦੇ ਪ੍ਰਸ਼ਾਸਨ ਦਾ ਬਹੁਤਾ ਦਖਲ ਨਹੀਂ ਸੀ ਉੱਥੇ ਹੁੰਦਾ। ਅਤੇ ਉਹ ਕਿਉਂਕਿ ਤਿੱਬਤ ਅਤੇ ਉਹਨਾਂ ਦਾ ਜਿਹੜਾ ਪਰਲੇ ਪਾਸੇ ਉਹਨਾਂ ਦਾ ਸੂਬਾ ਜ਼ਿੰਗਿਆਂਗ, ਉਹਦੇ ਵਿਚਕਾਰ ਪੈ ਜਾਂਦਾ ਅਕਸਾਈ ਚੀਨ। ਅਤੇ ਉਦੋਂ ਸਨ 52 'ਚ ਇੱਕ ਸ਼ੱਕ ਸੀਗਾ ਕਿ ਚੀਨੀਆਂ ਨੇ ਉੱਥੋਂ ਵਿੱਚੋਂ ਕੋਈ ਸੜਕ ਕੱਢ ਦਿੱਤੀ ਹੈ, ਕਿਉਂਕਿ ਉੱਥੇ ਬਹੁਤਾ ਉੱਥੇ ਕੋਈ ਪ੍ਰਸ਼ਾਸਨ ਦਾ ਵੀ ਕੋਈ ਉੱਥੇ ਦਖਲ ਨਹੀਂ ਸੀ ਹੁੰਦਾ, ਕੋਈ ਉੱਥੇ ਮਤਲਬ ਸੜਕਾਂ ਨਹੀਂ ਸੀ, ਕੁਝ ਨਹੀਂ, ਬੜਾ ਦੂਰ ਦਰਾਜ਼ ਇਲਾਕਾ ਸੀਗਾ। ਅਤੇ ਉਦੋਂ ਇੱਥੇ 36 ਸੈਕਟਰ 'ਚ ਰਹਿੰਦੇ ਨੇ ਮੇਜਰ ਰਜਿੰਦਰ ਨਾਥ, ਉਹ ਇੱਕ ਐਕਸਪੀਡੀਸ਼ਨ ਲੈ ਕੇ ਗਏ ਸੀ ਉੱਥੇ ਪਤਾ ਕਰਨ ਵਾਸਤੇ ਕਿ ਵਾਕਈ ਚੀਨੀਆਂ ਨੇ ਕੋਈ ਸੜਕ ਬਣਾਈ ਹੈ ਕਿ ਨਹੀਂ। ਅਤੇ ਉਹ ਆ ਕੇ ਆਪਸ ਨਾਲ ਰਿਪੋਰਟ ਕੀਤਾ ਸੀ ਕਿ ਵੀ ਉਹ ਕੁਛ ਸੁਰਾਗ ਮਿਲੇ ਨੇ ਕਿ ਚੀਨੀ ਉੱਥੇ ਆਉਂਦੇ ਜਾਂਦੇ ਆ, ਪਰ ਸੜਕ ਨਹੀਂ ਸੀ ਕੋਈ ਬਣੀ। ਫਿਰ ਦੁਬਾਰਾ ਇੱਕ ਐਕਸਪੀਡੀਸ਼ਨ ਸਨ 57 'ਚ ਗਿਆ ਸੀਗਾ ਅਤੇ ਉਦੋਂ ਉਹਨਾਂ ਨੇ ਦੇਖਿਆ ਕਿ ਚੀਨੀਆਂ ਨੇ ਵਾਕਈ ਸੜਕ ਬਣਾਈ ਹੈ, ਜਿਹੜੇ ਕਿ ਉਹਨਾਂ ਵਾਸਤੇ ਇੱਕ ਰਣਨੀਤਿਕ ਤੌਰ 'ਤੇ ਬੜੀ ਅਹਿਮ ਗੱਲ ਹੈਗੀ ਆ। ਅਤੇ ਉਹ ਉਦੋਂ ਸਰਕਾਰ ਨੇ ਜਿਹੜਾ ਹੈ ਨਾ ਮੁਲਕ ਨੂੰ ਨਹੀਂ ਦੱਸਿਆ, ਮਗਰ 59 ਦੇ ਵਿੱਚ ਕੁਛ ਕਦਮ ਇਹਨਾਂ ਨੇ ਚੁੱਕੇ, ਕੁਛ ਢੁਕਵੇਂ ਕਦਮ ਚੁੱਕੇ ਉਹਨਾਂ ਨੇ, ਜਿਹੜਾ ਨਾ ਜ਼ਿੰਮੇਵਾਰੀ ਸਰਹੱਦਾਂ ਦੀ ਜ਼ਿੰਮੇਵਾਰੀ ਵਗੈਰਾ ਉਹਨੇ ਫੌਜ ਨੂੰ ਦੇ ਦਿੱਤੀ। ਅਤੇ ਫਿਰ ਉਹ ਫੌਜ ਦੀ ਉੱਥੇ ਤੈਨਾਤੀ ਹੋਣੀ ਸ਼ੁਰੂ ਹੋ ਗਈ। ਅਤੇ ਫਿਰ ਉਹ ਤੋਂ ਬਾਅਦ ਫਿਰ ਇਸ ਤਰ੍ਹਾਂ ਈਵੈਂਟ ਬਣਦੇ ਰਹੇ, ਕਰਦੇ ਰਹੇ ਵਗੈਰਾ, ਅਤੇ ਸਨ 62 ਦੇ ਵਿੱਚ ਲੜਾਈ ਸ਼ੁਰੂ ਹੋ ਗਈ। ਬਾਕੀ ਤੁਸੀਂ ਗੋਰਖਾ ਰਾਈਫਲ ਦੀ ਗੱਲ ਕਰੇ, ਗੋਰਖਾ ਰਾਈਫਲ ਦੇ 7 ਪਲਟਨਾਂ ਨੇ, ਹਾਂਜੀ, ਪਹਿਲੀ, ਤੀਜੀ, ਚੌਥੀ, 5ਵੀਂ, 8ਵੀਂ, 9ਵੀਂ ਅਤੇ 11ਵੀਂ। ਅਤੇ ਇਹ ਤੁਸੀਂ ਦੇਖੋ ਹਰ ਮੋਰਚੇ 'ਤੇ ਹੁੰਦੇ ਨੇ, ਕੋਈ ਹੁਣ ਇਸ ਵੇਲੇ 38 39 ਪਲਟਨਾਂ ਨੇ ਉਹਨੇ ਬਟਾਲੀਅਨਸ ਉਹਨਾਂ ਦੇ 7 ਰੈਜੀਮੈਂਟ ਦੇ ਵਿੱਚ। ਅਤੇ ਹਰ ਮੋਰਚੇ 'ਚ ਤੁਹਾਨੂੰ ਮਿਲਣਗੇ। ਔਰ ਇਹਨਾਂ ਦੀ ਕਾਰਵਾਈ ਜਿਹੜੀ ਹੈ, ਇਹਨਾਂ ਦਾ ਕੰਮ ਜਿਹੜਾ ਹਮੇਸ਼ਾ ਬਹੁਤ ਬਿਹਤਰ ਹੁੰਦਾ ਹੈ। ਔਰ ਇੱਕ ਖਾਸ ਇਹਨਾਂ ਦਾ ਆਪਣਾ ਇਹਨਾਂ ਦੀ ਇੱਕ ਤਹਿਜ਼ੀਬ ਹੈ, ਇੱਕ ਕਲਚਰ ਹੈ ਗੋਰਖਾ ਰਾਈਫਲ ਦਾ। ਔਰ ਹੁਣ ਤਾਂ ਬਹੁਤ ਸਾਰੇ ਭਾਰਤੀ ਗੋਰਖਾ ਵੀ ਭਰਤੀ ਹੋ ਰਹੇ ਨੇ, ਨੇਪਾਲੀ ਗੋਰਖਾ ਦੇ ਇਲਾਵਾ। ਸੋ ਪਰ ਮਗਰ ਉਹੀ ਇਹਨਾਂ ਦਾ ਜਿਹੜੀ ਭੂਮਿਕਾ ਇਹਨਾਂ ਦੀ ਉਸ ਤਰ੍ਹਾਂ ਹੀ ਰਹੀ ਹੈ। ਹੁਣ ਸਰ ਕੰਟੀਨਿਊ ਕਰਦੇ, ਤੁਸੀਂ ਜਿਹੜੀ ਗੱਲ ਦੱਸ ਰਹੇ ਸੀਗੇ ਕਿ ਹਾਂ। ਅਤੇ ਮੈਂ ਲੈਫਟੀਨੈਂਟ ਗੋਸਵਾਮੀ, ਅਤੇ ਇਸ ਤਰ੍ਹਾਂ ਕਿ ਉਹ ਫਿਰ ਉੱਥੇ 180R ਦੇ ਜਿਹੜੇ ਸੀਗੀ ਕੰਪਨੀ ਸੀਗੀ, ਉਹ ਫਿਰ ਪਿੱਛੇ ਹਟ ਕੇ, ਅਤੇ ਕਿਉਂਕਿ ਦਬਾਅ ਬੜਾ ਸੀਗਾ, ਪਿੱਛੇ ਹਟ ਕੇ ਇੱਕ ਹੋਰ ਉਹਨਾਂ ਨੇ ਪੋਜੀਸ਼ਨ ਲੈ ਲਈ। ਮਗਰ ਇਹ ਲੈਫਟੀਨੈਂਟ ਗੋਸਵਾਮੀ ਅਤੇ ਜਿਹੜੀ OP ਪਾਰਟੀ ਹੈ ਉਹ ਉੱਥੇ ਹੀ ਰਹੇ। ਚੀਨੀ ਉਹਨਾਂ ਦੇ ਅਤੇ ਸਾਡੀ ਪੋਜੀਸ਼ਨ ਦੇ ਵਿਚਕਾਰ, ਚੀਨੀ ਉਹਨਾਂ ਦੇ ਵਿਚਕਾਰ ਸੀਗੇ, ਮਤਲਬ ਚੀਨੀਆਂ ਦੇ ਪਿੱਛੇ ਰਹਿ ਕੇ ਅਤੇ ਉਹਨਾਂ ਨੇ ਕਰਦੇ ਰਹੇ। ਅਤੇ ਉਹਨਾਂ 'ਚ ਅਖੀਰ 'ਚ ਜਾ ਕੇ ਤਿੰਨੋਂ ਜਵਾਨ ਜਿਹੜੇ ਸ਼ਹੀਦ ਹੋ ਗਏ, ਅਤੇ ਲੈਫਟੀਨੈਂਟ ਗੋਸਵਾਮੀ ਨੇ ਬੜੀ ਬੁਰੀ ਤਰ੍ਹਾਂ ਜ਼ਖਮੀ ਹੋਏ, ਅਤੇ ਉਹ ਫਿਰ ਬਾਹਰ ਨਿਕਲ ਆਏ। ਫਿਰ ਸਾਰੀ ਰਾਤ ਉਹ ਬਾਹਰ ਲਿਟ ਰਹੇ। ਅਖੀਰ 'ਚ ਜਦੋਂ ਉਹਨਾਂ ਨੂੰ ਰਿਕਵਰ ਕੀਤਾ ਗਿਆ, ਅਤੇ ਉਹਨਾਂ ਦੇ ਦੋਨੋਂ ਆਪਣਾ ਪੈਰ ਐਂਪੂਟੇਟ ਕਰਨੇ ਪਏ। ਉਹਨਾਂ ਨੂੰ ਮਹਾਂਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀਗਾ। ਜਿਹੜਾ ਤਕਨੀਕੀ ਸਹਾਇਕ ਸੀ ਗੁਰਦੀਪ ਸਿੰਘ, ਉਹਨੂੰ ਵੀਰ ਚੱਕਰਾ ਮਿਲਿਆ। ਔਰ ਜਿਹੜੇ ਦੋਨੋਂ ਰੇਡੀਓ ਆਪਰੇਟਰ ਸੀ ਉਹਨਾਂ ਨੂੰ ਸੈਨਾ ਮੈਡਲ ਦਿੱਤਾ ਗਿਆ। ਅਤੇ ਇਹ ਗੱਲ ਰਹੀ ਕਿ ਤੋਪਖਾਨੇ ਦੀ ਉੱਥੇ ਚੁਸ਼ੁਲ ਦੀ ਲੜਾਈ 'ਚ। ਅਤੇ
ਉਦੋਂ ਫੈਸਲਾ ਕੀਤਾ ਸੀਗਾ ਇੱਕ ਜਦੋਂ ਮਤਲਬ ਜਿਹੜਾ ਪਹਿਲਾ ਅਕਤੂਬਰ 'ਚ ਹਮਲਾ ਹੋਇਆ ਸੀਗਾ ਉਹਦਾ ਤੇ ਬਾਅਦ 17 ਨਵੰਬਰ ਦੇ ਇੱਕ ਠੱਲ ਆ ਗਿਆ ਸੀਗਾ ਜਿਸ 'ਚ ਅਸੀਂ ਆਪਣੀ ਤਿਆਰੀ ਕਰ ਰਹੇ ਸੀ, ਚੀਨੀ ਆਪਣੀ ਤਿਆਰੀ ਕਰ ਰਹੇ ਸੀਗੇ। ਤੇ ਉਦੋਂ ਫੈਸਲਾ ਲਿਆ ਗਿਆ ਸੀ ਕਿ ਵੀ ਟੈਂਕ ਭੇਜੇ ਜਾਏ ਉੱਥੇ ਲੱਦਾਖ ਦੇ ਵਿੱਚ। ਤੇ ਚੁਸ਼ਲ ਦੇ ਵਿਚਕਾਰ ਹੀ ਉਹਨੂੰ ਹਵਾਈ ਅੱਡਾ ਬਣਾਇਆ ਗਿਆ ਸੀਗਾ ਜਿਹੜਾ ਪੁਰਾਣਾ ਬਣਿਆ ਹੋਇਆ ਸੀਗਾ। ਤੇ ਫਿਰੋਜ਼ਪੁਰ ਸਿੱਖ ਤੇ 20 ਲਾਂਸਰਸ ਪਲਟਨ ਸੀ, ਬੜੇ ਇੱਕ ਮਾਨਵਰ ਆਪਣਾ ਅਫਸਰ ਸੀਗੇ, ਬਾਅਦ 'ਚ ਲੈਫਟੀਨੈਂਟ ਜਨਰਲ ਬਣ ਗਏ ਸੀਗੇ, ਗੁਰਬਚਨ ਸਿੰਘ, ਜਿਨ੍ਹਾਂ ਨੂੰ ਬੁੱਚ ਦੇ ਨਾਂ ਤੋਂ ਪ੍ਰਸਿੱਧ ਸੀਗੇ। ਤੇ ਉਹ ਉਹਨਾਂ ਦੀ ਪਲਟਨ ਤੋਂ ਭੇਜਣੇ ਸੀਗੇ ਟੈਂਕ AMX 13 ਫਰਾਂਸੀਸੀ ਟੈਂਕ ਨੇ। ਤੇ ਉਹ ਇੱਥੋਂ ਚੰਡੀਗੜ੍ਹ ਹਵਾਈ ਅੱਡੇ ਤੋਂ ਜਾਣੇ ਸੀਗੇ AN-12 ਜਹਾਜ਼ ਦੇ ਵਿੱਚ। ਤੇ ਬੜੀ ਕੋਸ਼ਿਸ਼ ਨਾਲ ਬੜਾ ਜੁਗਾੜ ਵਰਤ ਕੇ ਇਹਨਾਂ ਨੇ ਰੈਂਪ ਬਣਾਏ ਕੀਤੇ ਤੇ ਇਹਨਾਂ ਨੇ ਟੈਂਕ ਲੱਦੇ ਔਰ ਟੈਂਕ ਉੱਥੇ ਪਹੁੰਚਾਏ ਜਾ ਕੇ ਜੋਸ਼ੁਲ। ਔਰ ਉਹਨਾਂ ਨੇ ਬਹੁਤ ਵੱਡੀ ਕਾਰਵਾਈ ਕੀਤੀ ਔਰ ਬੜੀ ਬਹਾਦਰੀ ਦਲੇਰੀ ਨਾਲ ਕੰਮ ਕੀਤਾ ਰਿਹਾ। ਤੇ ਜਿਹੜੇ ਹਾਰਮੋਨ ਕੋਡ ਵਾਲਿਆਂ ਨੂੰ ਬੜਾ ਫਖਰ ਹੈ ਕਿ ਅਸੀਂ ਚੁਸ਼ਲ ਦੀ ਲੜਾਈ 'ਚ ਨਾ ਹੀ ਸਿਰਫ ਕਿ ਵੀ ਅਸੀਂ ਟੈਂਕ ਇੱਥੋਂ ਹਵਾਈ ਜਹਾਜ਼ 'ਤੇ ਚੜ੍ਹਾ ਕੇ ਲੈ ਕੇ ਗਏ, ਮਗਰ ਉੱਥੇ ਜਾ ਕੇ ਲੜਾਈ ਵੀ ਅਸੀਂ ਲੜੀ। ਫਿਰ ਅਸੀਂ ਹੁਣ ਸੰਨ 65 ਦੇ ਵੱਲ ਆਉਂਦੇ ਹਾਂ। ਤੇ ਸੰਨ 65 'ਚ ਅਪ੍ਰੈਲ ਦੇ ਵਿੱਚ ਪਾਕਿਸਤਾਨ ਨੇ ਇੱਕ ਕਿਸਮ ਦਾ ਹਿੰਦੁਸਤਾਨ ਦੇ ਉੱਤੇ ਦੀ ਪ੍ਰੀਖਿਆ ਲੈਣ ਵਾਸਤੇ ਕੱਛ ਵਿੱਚ ਹਮਲੇ ਕੀਤੇ ਸੀਗੇ। ਉੱਥੇ ਜ਼ਿਆਦਾ ਚੰਗਾ ਸਾਡਾ ਜਿਹੜੀ ਇੱਕ ਲੜਾਈ ਦਾ ਕੋਈ ਅੱਛਾ ਕਿਰਦਾਰ ਨਹੀਂ ਰਿਹਾ। ਤੇ ਥੋੜ੍ਹਾ ਬਹੁਤ ਕੁਛ ਇੱਕ ਡੀਮੋਡਲਾਈਜੇਸ਼ਨ ਵਗੈਰਾ ਹੋ ਰਹੀ ਸੀ ਮੁਲਕ ਦੇ ਵਿੱਚ ਵੀ, ਫੌਜ ਦੇ ਵਿੱਚ ਵੀ। ਤੇ ਉਦੋਂ ਫਿਰ ਜਿਹੜੇ ਫੌਜ ਦੇ ਮੁਖੀ ਸੀਗੇ ਜਨਰਲ ਚੌਧਰੀ, ਉਹਨਾਂ ਨੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ, ਜਿਹੜੇ ਕਿ ਬੜੇ ਮਸ਼ਹੂਰ ਨੇ ਜੈ ਜਵਾਨ ਜੈ ਕਿਸਾਨ ਨਾਰਾ ਬੁਲੰਦ ਕਰਨ ਵਾਸਤੇ, ਉਹਨਾਂ ਨੇ ਪੁੱਛਿਆ ਕਿ ਅਸੀਂ ਕੋਈ ਕਾਰਵਾਈ ਕਰ ਦਈਏ, ਕੋਈ ਹਮਲਾ ਕਰ ਦਈਏ ਜਿਹਦੇ ਨਾਲ ਥੋੜ੍ਹਾ ਮੋਰਾਲ ਬੂਸਟ ਹੋਏ ਅਤੇ ਕੁਛ ਦੁਸ਼ਮਣ ਨੂੰ ਵੀ ਥੋੜ੍ਹਾ ਜਿਹਾ ਕੁਛ ਇੱਕ ਉਹਨਾਂ ਨੂੰ ਵੀ ਇੱਕ ਸੰਕੇਤ ਜਾਏਗਾ। ਅਤੇ ਸ਼ਾਸਤਰੀ ਨੇ ਕਿਹਾ ਬੇਸ਼ੱਕ ਕਰ ਦਿਓ। ਉਹ ਫਿਰ ਉਹਨਾਂ ਨੇ ਫਿਰ ਜਿਹੜੇ ਇੱਥੇ ਵੈਸਟਰਨ ਆਰਮੀ ਕਮਾਂਡਰ ਸੀ ਜਨਰਲ ਹਰਬਖਸ਼ ਸਿੰਘ, ਉਹਨਾਂ ਨੂੰ ਕਿਹਾ। ਜਨਰਲ ਹਰਬਖਸ਼ ਨੇ ਫਿਰ ਕਾਰਗਿਲ ਦੇ ਵਿੱਚ ਬ੍ਰਿਗੇਡ ਕਮਾਂਡਰ ਜਿਹੜੇ ਸੀਗੇ 121 ਬ੍ਰਿਗੇਡ ਦੇ, ਉਹਨਾਂ ਨੂੰ ਕਿਹਾ ਕਿ ਤੁਸੀਂ ਕੁਛ ਉੱਥੇ ਕਰੋ। ਉਹ ਜਿਹੜੀ ਸੜਕ ਹੈ ਸ਼੍ਰੀਨਗਰ ਤੋਂ ਲੈ ਕੇ ਲੇਹ ਦੀ, ਉਹ ਉਸ ਕਾਰਗਿਲ ਦੇ ਮੁਕਾਮ 'ਤੇ ਆਪਣਾ ਜਿਹੜੀ ਸੀਜ਼ਫਾਇਰ ਲਾਈਨ ਦੇ ਬੜੇ ਨਜ਼ਦੀਕ ਜਾਂਦੀ ਹੈ। ਔਰ ਜਿਹੜੇ ਉਸ ਦੇ ਪਰਾਂ ਕੁਛ ਉਹਨਾਂ ਦੀ ਚੌਂਕੀਆਂ ਨੇ, ਬੜੀ ਉੱਚੀਆਂ ਚੌਂਕੀਆਂ ਨੇ, ਜਿੱਥੋਂ ਉਹ ਸੜਕ ਨੂੰ ਓਵਰਲੁੱਕ ਕਰਦੇ ਔਰ ਡੋਮੀਨੇਟ ਕਰਦੇ ਔਰ ਉਹ ਫਾਇਰ ਫੂਰ ਕਰਕੇ ਅਤੇ ਆਪਣਾ ਸਾਡੇ ਜਿਹੜੀ ਹੈ ਕੌਨਵਾਇਜ਼ ਵਗੈਰਾ ਜਾਂਦੀ ਸੀਗੀਆਂ ਉਹਨੂੰ ਡਿਸਟਰਬ ਕਰਦੇ ਸੀ। ਅਤੇ ਉਹ ਜਿਹੜੇ ਦੋ ਚੌਂਕੀਆਂ ਸੀਗੀਆਂ ਉਹਨਾਂ ਦੇ ਨਾਂ ਸੀ ਪੁਆਇੰਟ 13620 ਅਤੇ ਬਲੈਕ ਰੌਕਸ, ਕਿ ਇਹਨਾਂ 'ਤੇ ਕਬਜ਼ਾ ਕਰਨਾ। ਅਤੇ 17-18 ਮਈ ਦੀ ਰਾਤ ਨੂੰ ਇਹ ਹਮਲਾ ਹੋਇਆ। ਔਰ ਤੁਹਾਨੂੰ ਮੈਂ ਸੰਖੇਪ 'ਚ ਦੱਸ ਦਿੰਦਾ। ਅਤੇ ਮੇਰੇ ਫਾਦਰ ਦੀ ਜਿਹੜੀ ਮੋਟਰ ਰੈਜੀਮੈਂਟ ਸੀਗੀ 85 ਲੈਟ ਰੈਜੀਮੈਂਟ, ਉਹਨਾਂ ਨੇ ਫਾਇਰ ਸਪੋਰਟ ਪ੍ਰੋਵਾਈਡ ਕੀਤਾ ਅਤੇ ਹਮਲਾ ਕੀਤਾ ਗਿਆ 4 ਰਾਜਪੂਤ ਬਟਾਲੀਅਨ ਨੇ। ਔਰ ਉਹਦੇ ਵਿੱਚ ਜਿਹੜੇ ਇੱਕ ਜਿਹੜਾ ਬਲੈਕ ਰੌਕਸ ਹੈ ਉੱਥੇ ਤੇ ਇਹਨਾਂ ਦੇ ਤੋਪਖਾਨਾ ਜਿਹੜੇ ਮੋਟਰ ਸੀਗੇ ਉਹਨਾਂ ਦਾ ਫਾਇਰ ਇੰਨਾ ਸੀਗਾ ਕਿ ਦੁਸ਼ਮਣ ਜਿਹੜਾ ਨਾ ਚੌਂਕੀ ਛੱਡ ਕੇ ਤੇ ਨਿਕਲ ਗਏ ਸੀਗੇ। ਮਗਰ 3620 'ਤੇ ਪੂਰਾ ਮੁਕਾਬਲਾ ਕੀਤਾ ਔਰ ਆਪਣੇ ਜਵਾਨਾਂ ਨੂੰ ਅੱਗੇ ਲੈ ਕੇ ਮੇਜਰ ਬਲਜੀਤ ਸਿੰਘ ਰੰਧਾਵਾ ਸੀਗੇ ਇੱਥੇ ਬਾਬਾ ਬੁੱਢਾ ਜੀ ਦੇ ਡਿਸੈਂਡੈਂਟ, ਅਤੇ ਇੱਥੇ ਆਪਣਾ ਅੰਮ੍ਰਿਤਸਰ ਜ਼ਿਲ੍ਹੇ ਦੇ ਉਹ ਹੈਗੇ ਸੀਗੇ। ਅਤੇ ਉਹਨਾਂ ਨੇ ਬੜੀ ਬਹਾਦਰੀ ਵਿਖਾਈ ਅਤੇ ਉਹ ਸ਼ਹੀਦ ਹੋ ਗਏ, ਮਹਾਂਵੀਰ ਚੱਕਰ ਉਹਨਾਂ ਨੂੰ ਮਿਲਿਆ। ਅਤੇ ਉਹਨਾਂ ਦੇ ਨਾਲ ਸੀਗੇ ਕੈਪਟਨ ਰਣਬੀਰ ਕੰਗ, ਉਹਨਾਂ ਨੇ ਫਿਰ ਉਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਫਿਰ ਉਹਨਾਂ ਨੇ ਕਮਾਂਡ ਸੰਭਾਲਿਆ ਅਤੇ ਇਹਨਾਂ ਨੇ ਫਤਿਹ ਪ੍ਰਾਪਤ ਕੀਤੀ। ਉਹਨਾਂ ਨੂੰ ਵੀ ਵੀਰ ਚੱਕਰ ਨਾਲ ਸਨਮਾਨਿਆ ਗਿਆ। ਫਿਰ ਜਦੋਂ ਲੜਾਈ ਫਿਰ ਅਗਸਤ ਦੇ ਵਿੱਚ ਪਾਕਿਸਤਾਨ ਨੇ ਘੁਸਪੈਠੀਏ ਭੇਜੇ ਆਪਰੇਸ਼ਨ ਜਿਬਰਾਲਟਰ ਦੇ ਰਾਹੀਂ ਦੇ ਤਹਿਤ ਭੇਜੇ ਉਹਨਾਂ ਨੇ ਕਸ਼ਮੀਰ ਦੇ ਵਿੱਚ। ਅਤੇ ਅਸੀਂ ਫਿਰ ਕਾਰਵਾਈ ਕਰਨ ਲੱਗੇ। ਹਾਜੀ ਪੀਰ ਜਿਹੜਾ ਬਲਜਾ
ਉਹਨੂੰ ਆਜ਼ਾਦ ਕੀਤਾ। ਦੂਜੇ ਵੀ ਕੁਛ ਇਲਾਕੇ ਜਿਹੜੇ ਨੇ ਉਹਨਾਂ ਦੇ ਕਬਜ਼ੇ ਛੁਡਾਏ। ਫਿਰ ਪਾਕਿਸਤਾਨ ਨੇ ਹਮਲਾ ਬੋਲਤਾ, ਜ਼ਮੀਨੀ ਹਮਲਾ ਬੋਲਤਾ ਛੰਭ ਦੇ ਵਿੱਚ। ਅਤੇ ਫਿਰ ਸਾਡਾ ਆਪਣਾ ਵੀ ਪਲਾਨ ਸੀਗਾ ਕਿ ਵੀ ਜੋ ਕਰਨਗੇ ਅਤੇ ਅਸੀਂ ਵੀ ਇੱਧਰ ਕੁਛ ਪੰਜਾਬ ਵੱਲ, ਲਾਹੌਰ, ਕਸੂਰ ਅਤੇ ਸਿਆਲਕੋਟ 'ਤੇ ਹਮਲਾ ਕਰਾਂਗੇ ਤਾਂ ਕਿ ਉਹਨਾਂ ਨੂੰ ਫਿਰ ਉੱਥੋਂ ਛੰਭ ਤੋਂ ਫੌਜਾਂ ਹਟਾਉਣੀ ਪੈਣਗੀਆਂ। ਤੋ ਇਹ ਹਮਲਾ ਹੋਇਆ 6 ਸਤੰਬਰ ਨੂੰ ਹੋਇਆ, ਅਤੇ ਇੱਧਰ ਸਿਆਲਕੋਟ ਵੱਲ 8 ਸਤੰਬਰ ਨੂੰ ਹੋਇਆ। ਅਤੇ ਪਾਕਿਸਤਾਨ 6 ਜਿਹੜਾ ਇੱਧਰ ਖੇਮਕਰਨ ਵੱਲ ਅਤੇ ਕਸੂਰ, ਖੇਮਕਰਨ ਵੱਲੋਂ ਅਤੇ ਕਸੂਰ ਵੱਲ ਜਿਹੜਾ ਹਮਲਾ ਸੀਗਾ ਉਹ 6 ਤਰੀਕ ਨੂੰ ਸ਼ੁਰੂ ਹੋ ਗਿਆ ਸੀਗਾ। ਮਗਰ ਪਾਕਿਸਤਾਨ ਦਾ ਵੀ ਉੱਥੇ ਕਾਫੀ ਦਿਫਾ ਤਗੜਾ ਸੀਗਾ ਔਰ ਉਹਨਾਂ ਨੇ ਕਾਊਂਟਰ ਅਟੈਕ ਕੀਤਾ। ਸਾਡੀ ਫੌਜਾਂ ਨੂੰ ਪਿੱਛੇ ਹਟਣਾ ਪੈ ਗਿਆ। ਫਿਰ ਉਹਨਾਂ ਨੇ ਹਮਲਾ ਆਪਣਾ ਸ਼ੁਰੂ ਕੀਤਾ ਔਰ ਉਸ ਹਮਲੇ ਦਾ ਮਕਸਦ ਸੀਗਾ ਕਿ ਅੰਮ੍ਰਿਤਸਰ ਦੇ ਪਿੱਛੋਂ ਜਾ ਕੇ ਅਤੇ ਇੱਕ GT ਰੋਡ ਜਿਹੜੀ ਹੈ ਜੰਡਿਆਲਾ ਗੁਰੂ ਦੇ ਮੁਕਾਮ 'ਤੇ, ਦੂਜਾ ਬਿਆਸ ਦੇ ਮੁਕਾਮ 'ਤੇ ਇਹ ਕੱਟ ਕਰ ਦਈਏ। ਉਹਦੇ ਨਾਲ ਫਿਰ ਸਾਰੀ ਸਾਡੀ ਫੌਜ ਜਿਹੜੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ, ਗੁਰਦਾਸਪੁਰ ਜ਼ਿਲ੍ਹੇ 'ਚ, ਉਹ ਸਾਰੀ ਉਹ ਫਸ ਜਾਏਗੀ, ਵਿੱਚ ਘੇਰੇ 'ਚ ਆ ਜਾਏਗੀ। ਅਤੇ ਉਹ ਫਿਰ ਬਹੁਤ ਸਾਰੀ ਜ਼ਮੀਨ ਸਾਡੀ ਉਹਨਾਂ ਦੇ ਕਬਜ਼ੇ 'ਚ ਆ ਜਾਏਗੀ ਅਤੇ ਸ਼ਾਇਦ ਉਹ ਇਸ ਦੇ ਬਦਲੇ ਸਾਡੇ ਕੋਲੋਂ ਜੰਮੂ ਕਸ਼ਮੀਰ ਮੰਗ ਲੈਣ। ਸੋ ਇਹ ਮਨਸੂਬਾ ਸੀਗਾ। ਮਗਰ ਖੇਮਕਰਨ 'ਚ ਬਹੁਤ ਦਲੇਰੀ ਨਾਲ, ਬਹੁਤ ਬਹਾਦਰੀ ਨਾਲ ਸਾਡੀ ਫੌਜ ਲੜੀ। ਮੇਜਰ ਗੁਰਬਖਸ਼ ਸਿੰਘ ਸੀਗੇ ਉੱਥੇ ਆਪਣਾ ਸਾਡੇ ਕਮਾਂਡਰ, ਅਤੇ ਉਹਨਾਂ ਨੇ ਬੜੀ ਤਗੜੇ ਤਰੀਕੇ ਨਾਲ ਦਿਫਾ ਕੀਤਾ। ਉਹਦੇ ਵਿੱਚ ਮੈਂ ਦੱਸਦਾ ਇੱਕ ਹਿਊਮਨ ਇੰਟਰਸਟ ਸਟੋਰੀ ਹੈ। ਉੱਥੇ ਸਾਡੀ ਇੱਕ ਟੈਂਕ ਰੈਜੀਮੈਂਟ ਸੀਗੀ ਸਾਡੀ 3rd ਕੈਵਲਰੀ ਕਰਕੇ, ਸੈਂਚੂਰੀਅਨ ਟੈਂਕ ਉਹਨਾਂ ਕੋਲ ਸੀਗੇ। ਅਤੇ ਉਹਦੇ ਵਿੱਚ ਇੱਕ ਸਕਾਡਰਨ ਕਮਾਂਡਰ ਸੀਗੇ, ਨਾਰਲੀ ਪਿੰਡ ਹੈ ਉੱਥੇ ਬਾਰਡਰ ਦੇ ਉੱਤੇ, ਉਹਦੇ ਸੀਗੇ ਮੇਜਰ ਨਰਿੰਦਰ ਸਿੰਘ ਸੰਧੂ। ਬਾਅਦ 'ਚ ਬ੍ਰਿਗੇਡੀਅਰ ਬਣੇ ਸੀਗੇ ਸੰਨ 71 ਦੇ ਵਿੱਚ, ਉਹਨਾਂ ਨੂੰ ਮਹਾਂਵੀਰ ਚੱਕਰਾ ਵੀ ਮਿਲਿਆ। ਅਤੇ ਉਹ ਜਿਹੜਾ ਸੱਜਾ ਫਲੈਂਕ ਸੀਗਾ ਸਾਡਾ, ਉੱਥੇ ਉਹਨਾਂ ਦਾ ਆਪਣਾ ਜਿਹੜਾ ਟੈਂਕ ਸਕਾਡਰਨ ਹੈਗਾ, 14 ਟੈਂਕਾਂ ਦਾ ਇੱਕ ਸਕਾਡਰਨ ਹੁੰਦਾ, ਅਤੇ ਉਹਦੇ ਵਿੱਚ ਉਹ ਸੀਗੇ। ਅਤੇ ਉਹਨਾਂ ਨੂੰ ਹੁਕਮ ਦਿੱਤਾ ਗਿਆ ਕਿ ਵੀ ਇਹ ਤੁਸੀਂ ਦਿਫਾਈ ਕਰਨੇ। ਉਹਨਾਂ ਨੇ ਸਾਰੇ ਆਪਣੇ ਜਵਾਨ, ਬਹੁਤੇ ਜਿਹੜੇ ਹਰਿਆਣੇ ਦੇ ਸੀਗੇ, ਉਹਨਾਂ ਨੂੰ ਇਕੱਠੇ ਕੀਤਾ ਅਤੇ ਉਹਨਾਂ ਨੇ ਕਿਹਾ ਵੀ ਦੇਖੋ ਕਿ ਹੁਣ ਅਸੀਂ ਆਪਣੇ ਹੀ ਖੇਤਾਂ ਵਿੱਚ ਲੜ ਰਹੇ ਹਾਂ ਅਤੇ ਵਾਪਸ ਜਾਣਾ ਜਿਹੜਾ ਹੈ ਨਾ, ਇੱਥੋਂ ਹਟਣਾ, ਉਹ ਇੱਕ ਆਪਸ਼ਨ ਨਹੀਂ ਹੈ। ਅਤੇ ਜਾਂ ਤਾਂ ਅਸੀਂ ਜਿੱਤ ਹਾਸਲ ਕਰੀਏ ਜਾਂ ਇੱਥੇ ਹੀ ਆਪਣੀ ਪੈਲੀਆਂ ਦੇ ਵਿੱਚ ਇੱਥੇ ਹੀ ਮਿੱਟੀ ਨਾਲ ਸ਼ਾਮਿਲ ਹੋ ਜਾਈਏ। ਅਤੇ ਉਹਨਾਂ ਦੇ ਜਵਾਨਾਂ ਨੇ ਫਿਰ ਜਵਾਬ ਦੇ ਵਿੱਚ ਬੜਾ ਤਗੜਾ ਨਾਅਰਾ ਲਾਇਆ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਪਾਕਿਸਤਾਨੀ ਹਮਲੇ ਨੂੰ ਵਿਫਲ ਕੀਤਾ ਔਰ ਬਹੁਤ ਸਾਰੇ ਪਾਕਿਸਤਾਨੀ ਟੈਂਕ ਬਰਬਾਦ ਕੀਤੇ। ਅਤੇ ਉਹ ਮਤਲਬ ਕਿ ਵੀ ਉਹਨਾਂ ਦੀ ਜਿਹੜੀ ਇੱਕ ਉਹਨਾਂ ਦੀ ਪ੍ਰੇਰਨਾ ਸੀਗੀ, ਉਹ ਤੋਂ ਪੂਰੇ ਉਤਰੇ। ਸੋ ਇਹ ਸੰਨ 65 ਦੀ ਗੱਲ ਹੈਗੀ ਆ। ਸੰਨ 71 'ਚ ਬੜੇ ਵੱਡੇ ਜੰਗ ਜਿੱਤੇ ਗਏ ਔਰ 1000 ਸਾਲਾਂ ਬਾਅਦ ਕਿ ਭਾਰਤ ਨੂੰ ਇੱਕ ਸਟ੍ਰੈਟੇਜਿਕ ਵਿਕਟਰੀ ਦਿਵਾਉਣ ਦੇ ਵਿੱਚ ਉਸ ਵੇਲੇ ਦੀ ਜਿਹੜੀ ਲੀਡਰਸ਼ਿਪ ਹੈ, ਉਸ ਵੇਲੇ ਦੇ ਜਿਹੜੇ ਫੌਜੀ ਸੀਗੇ, ਉਸ ਵੇਲੇ ਦੇ ਕਾਮਨ ਮੈਨ ਵੀ ਜਿਹੜਾ ਸੀਗਾ, ਔਰ ਮੈਨੂੰ ਆਪ ਵੀ ਦੇਖਿਆ ਕਿ ਇੰਨਾ ਇੱਕ ਭੁੱਖ ਸੀਗੀ ਉਹ ਕਿ ਜਿੱਤ ਵਾਸਤੇ, ਕਿ ਹਜ਼ਾਰਾਂ ਸਾਲਾਂ ਤੋਂ ਜਿਹੜਾ ਮੱਧ ਏਸ਼ੀਆ ਤੋਂ ਜਿਹੜੇ ਹਮਲਾਵਰ ਆਉਂਦੇ ਰਹੇ ਨੇ ਜਾਂ ਯੂਰਪ ਤੋਂ ਹਮਲਾਵਰ ਆਉਂਦੇ ਰਹੇ, ਉਹਨਾਂ ਸਾਹਮਣੇ ਅਸੀਂ ਹਾਰਦੇ ਰਹੇ ਹਾਂ। ਔਰ ਉਸ ਜਿਹੜੇ ਇੱਕ ਲੜੀਵਾਰ ਜਿਹੜੀ ਹਾਰਾਂ ਦੀ ਲੜੀ ਸੀਗੀ, ਉਹਨੂੰ ਜਿਹੜਾ ਨਾ ਨਗੇਟ ਕਰਨ ਵਾਸਤੇ ਇੱਕ ਜਿੱਤ ਜ਼ਰੂਰੀ ਹੋਣੀ ਚਾਹੀਦੀ ਸੀਗੀ। ਸੋ ਉਸ ਵਾਸਤੇ ਇੰਨੀ ਜਿਹੜੀ ਕੋਸ਼ਿਸ਼ ਕੀਤੀ ਮੁਲਕ ਦੇ ਲੋਕਾਂ ਨੇ, ਫੌਜੀਆਂ ਨੇ, ਹਰ ਤਰ੍ਹਾਂ ਦੇ ਜਿਹੜੇ ਇਦਾਰੇ, ਜਿਹੜੇ ਸਰਕਾਰੀ ਇਦਾਰੇ, ਔਰ ਕਿ ਵੀ ਇਸ 'ਚ ਮੈਂ ਵੇਖਿਆ, ਆਪਣੇ ਅੱਖੀਂ ਵੇਖਿਆ ਕਿ ਵੀ ਉਹ ਕਿਸ ਤਰ੍ਹਾਂ ਉਹ ਹੋਇਆ। ਸੋ ਉਦੋਂ ਨੇਵੀ ਦਾ ਬੜਾ ਵੱਡਾ ਕਿਰਦਾਰ ਸੀਗਾ। ਨੇਵੀ ਦੇ ਵਿੱਚ ਉਹਨਾਂ ਨੇ ਇੱਕ ਬੜੀ ਸੋਚੀ ਸਮਝੀ ਰਣਨੀਤੀ ਬਣਾਈ ਔਰ ਬੜਾ ਇੱਕ ਇਨੋਵੇਟਿਵ ਉਹਨਾਂ ਦਾ ਮਨਸੂਬਾ ਸੀਗਾ ਕਿ ਪਾਕਿਸਤਾਨ ਦਾ ਜਿਹੜਾ ਕਮਰਸ਼ੀਅਲ ਅਤੇ ਇਕਨੋਮਿਕ ਕੈਪੀਟਲ ਹੈ, ਫਾਈਨੈਂਸ਼ੀਅਲ ਕੈਪੀਟਲ ਹੈ ਕਰਾਚੀ, ਉਹ 'ਤੇ ਹਮਲਾ ਕਰਨ ਦਾ। ਅਤੇ ਉਦੋਂ ਨਵੀਂ ਇਹਨਾਂ ਕੋਲ ਮਿਜ਼ਾਈਲ ਬੋਟਸ ਆਈਆਂ ਸੀਗੀਆਂ ਰੂਸ ਤੋਂ, ਅਤੇ ਉਹਨਾਂ ਦੀ ਜਿਹੜੀ ਰੇਂਜ ਥੋੜ੍ਹੀ ਘੱਟ ਸੀਗੀ ਕਿਉਂਕਿ ਉਹਨਾਂ ਦਾ ਕੰਮ ਸੀ ਕਿ ਵੀ ਜਿਹੜੇ ਤੱਟ ਹੈ, ਸਮੁੰਦਰੀ ਤੱਟ ਹੈ, ਉਹਦੇ ਨੇੜੇ
40-50 ਕਿਲੋਮੀਟਰ ਤੱਕ ਉੱਥੇ ਆਪਰੇਟ ਕਰਨ ਦਾ, ਕਿ ਵੀ ਦੁਸ਼ਮਣ ਆਉਂਦਾ ਤੇ ਉਹਨਾਂ ਦੇ ਜਹਾਜ਼ਾਂ 'ਤੇ ਮਿਜ਼ਾਈਲਾਂ ਛੱਡਣੀਆਂ। ਤੇ ਉਹ ਫਿਰ ਬੰਬੇ ਤੋਂ ਲੈ ਕੇ ਤੇ ਉੱਥੇ ਕਰਾਚੀ ਤੱਕ ਟੋ ਕਰਕੇ ਗਏ, ਫਿਰ ਉਹਨਾਂ ਨੂੰ ਛੱਡਿਆ ਗਿਆ। ਉਹਨਾਂ ਨੇ ਦੇਖਿਆ ਕਿ ਵੀ ਉਹ ਪਾਕਿਸਤਾਨੀ ਜਹਾਜ਼ ਸੀਗੇ ਉੱਥੇ ਵਗੈਰਾ, ਤੇ ਉਹਨਾਂ 'ਤੇ ਮਿਜ਼ਾਈਲਾਂ ਛੱਡੀਆਂ, ਔਰ ਤਕਰੀਬਨ ਪਾਕਿਸਤਾਨ ਦੀ ਅੱਧੀ ਜਿਹੜੀ ਹੈ ਨਾ ਜਿਹੜੀ ਨੌ ਸੈਨਾ ਉਹ ਉਹਨਾਂ ਨੇ ਸਿੰਕ ਕੀਤੀ। ਫਿਰ ਉਹਨਾਂ ਨੇ ਤੇ ਉਹ ਬਾਅਦ 'ਚ ਏਅਰਫੋਰਸ ਨੇ ਪਾਕਿਸਤਾਨ ਦੀ ਜਿਹੜੀ ਆਇਲ ਸਟੋਰੇਜ, ਰਿਜ਼ਰਵ ਆਇਲ ਸਟੋਰੇਜ ਜਿਹੜੇ ਟੈਂਕ ਸੀਗੇ ਉਹਨਾਂ 'ਤੇ ਮਿਜ਼ਾਈਲਾਂ ਦਾਗੀਆਂ, ਔਰ ਉਹ ਜਿਹੜਾ ਉਹਨਾਂ ਦਾ ਸਾਰਾ ਜਿਹੜਾ ਤੇਲ ਦਾ ਜਿਹੜਾ ਰਿਜ਼ਰਵ ਸੀਗਾ ਉਹ ਸਾਰਾ ਜਿਹੜਾ ਹੈ ਨਾ ਉਹ ਜਲ ਕੇ ਉਹ ਸਾਰਾ ਜਲ ਗਿਆ, ਸਾਰਾ ਖਤਮ ਹੋ ਗਿਆ। ਕਰਾਚੀ ਦੇ ਉੱਤੇ ਬੜੇ ਵੱਡੇ ਉੱਥੇ ਕਾਲੇ ਬੱਦਲ ਮੰਡਰਾਉਂਦੇ ਸੀਗੇ, ਅਤੇ ਉਹ ਉਹਨਾਂ ਨੇ ਕਿਹਾ ਕਿ ਵੀ ਨੇਵੀ ਹੈਜ਼ ਸੈਟ ਕਰਾਚੀ ਅਬਲੇਜ਼ ਜੀ। ਅਤੇ ਇਹ ਔਰ ਫਿਰ ਉਹ ਵਾਪਸ ਆ ਗਏ, ਔਰ ਆਪਣਾ ਕੋਈ ਇਹਨਾਂ ਦਾ ਆਪਣਾ ਕੋਈ ਨੁਕਸਾਨ ਨਹੀਂ ਹੋਇਆ, ਔਰ ਆਪਣੀ ਪੂਰੀ ਦਲੇਰੀ ਨਾਲ ਇੱਕ ਬੋਲਡ ਕਿਸਮ ਦਾ ਹਮਲਾ ਸੀਗਾ, ਔਰ ਬਹੁਤ ਪ੍ਰੋਫੈਸ਼ਨਲ ਤਰੀਕੇ ਨਾਲ ਨੇਵੀ ਨੇ ਨਿਭਾਇਆ। ਉਹਦੇ ਇਲਾਵਾ ਜਿਹੜਾ ਨਾ ਜਿਹੜੀ ਭਾਰਤੀ ਵਾਯੂ ਸੈਨਾ, ਉਹਦਾ ਵੀ ਕਿਰਦਾਰ ਜਿਹੜਾ ਹੈ ਨਾ ਬੜਾ ਅਹਿਮ ਰਿਹਾ, ਔਰ ਇਹਨਾਂ ਨੇ ਪਾਕਿਸਤਾਨ ਦੇ ਉੱਤੇ ਇੱਕ ਜਿਹੜਾ ਸਟ੍ਰੈਟੇਜਿਕ ਬੰਬਿੰਗ ਕੈਂਪੇਨ ਚਲਾਇਆ, ਇਹ ਪੱਛਮੀ ਖੇਤਰ ਦੇ ਵਿੱਚ। ਉਹਦੇ ਤਹਿਤ ਪਾਕਿਸਤਾਨ ਦੀ ਸੂਈ ਗੈਸ ਫੀਲਡ ਜਿਹੜੀ ਹੈ ਉੱਤੇ ਹਮਲਾ ਕੀਤਾ। ਪਾਕਿਸਤਾਨ ਦੇ ਨੂੰ 6 ਮਹੀਨੇ ਗੈਸ ਦੇ ਬਗੈਰ ਕੰਮ ਚਲਾਉਣਾ ਪੈ ਗਿਆ, ਕਿਉਂਕਿ ਸਾਰਾ ਜਿਹੜਾ ਨਾ ਫੈਸਿਲਿਟੀਜ਼ ਵਗੈਰਾ ਸਾਰੀਆਂ ਇਹਨਾਂ ਨੇ ਤਬਾਹ ਕਰਤੀਆਂ ਸੀਗੀਆਂ। ਅੱਛਾ, ਫਿਰ ਪਾਕਿਸਤਾਨ ਦੀ ਇੱਕੋ ਇੱਕ ਆਇਲ ਰਿਫਾਈਨਰੀ ਸੀ ਅਟਕ ਦੇ ਵਿੱਚ, ਉਧਰ ਪੰਜਾਬ ਅਤੇ ਖੈਬਰ ਪਖਤੂਨਖਵਾ ਦੇ ਸਰਹੱਦ ਦੇ ਉੱਤੇ ਆਉਂਦੀ ਹੈ, ਉਹ 'ਤੇ ਵੀ ਹਮਲਾ ਕਰਕੇ ਉਹਨੂੰ ਉਹਦੇ ਨੁਕਸਾਨ ਪਹੁੰਚਾਇਆ। ਫਿਰ ਤੁਹਾਨੂੰ ਮੈਂ ਦੱਸਿਆ ਜਿਸ ਤਰ੍ਹਾਂ ਕਿ ਵੀ ਕਰਾਚੀ ਦੇ ਵਿੱਚ ਵੀ ਇਹਨਾਂ ਨੇ ਉਹਨਾਂ ਦੇ ਆਇਲ ਟੈਂਕਾਂ 'ਤੇ ਏਅਰਫੋਰਸ ਨੇ ਹਮਲਾ ਕੀਤਾ ਉਹਦੇ ਕਰਕੇ। ਅਤੇ ਬੌਂਬਰ ਸੀਗੇ, ਕੈਨਬਰਾ ਬੌਂਬਰ ਸੀਗੇ, ਦੂਜੇ ਹੰਟਰ ਏਅਰਕ੍ਰਾਫਟ ਸੀਗੇ, ਹੋਰ ਆਪਣਾ SU-7 ਜਿਹੜੇ ਸੀਗੇ ਗਰਾਊਂਡ ਅਟੈਕ। ਉਹ ਫਿਰ ਜਿਹੜੇ 2 ਵੱਡੇ ਇਹਨਾਂ ਦੇ ਡੈਮ ਸੀਗੇ, ਸਕਰ ਡੈਮ ਇੱਧਰ ਸਿੰਧ ਦੇ ਵਿੱਚ ਦਰਿਆਏ ਸਿੰਧ ਦਰਿਆ ਦੇ ਉੱਤੇ, ਦੂਜਾ ਮੰਗਲਾ ਡੈਮ ਜਿਹੜਾ ਜੇਹਲਮ ਦੇ ਦਰਿਆ ਦੇ ਉੱਤੇ ਹੈ, ਜਿਹੜਾ ਕਿ ਵੀ ਉੱਥੇ ਮਕਬੂਜ਼ਾ ਕਸ਼ਮੀਰ ਅਤੇ ਪੰਜਾਬ ਦੇ ਵਿਚਕਾਰ ਪੈਂਦਾ, ਉਹਦੇ 'ਤੇ ਵੀ ਹਮਲਾ ਕੀਤਾ। ਔਰ ਬੰਗਲਾਦੇਸ਼ ਬਣਨ ਤੋਂ ਬਾਅਦ ਪਾਕਿਸਤਾਨ ਦੀ ਉਦੋਂ ਜਿਹੜਾ ਇਹਦੇ ਪੱਛਮੀ ਖੇਤਰ ਦੇ ਵਿੱਚ ਹਾਲੇ ਵੀ ਉਹਨਾਂ ਦਾ ਫੌਜ ਕਾਇਮ ਸੀਗੀ, ਉਹ ਲੜ ਸਕਦੇ ਸੀਗੇ, ਮਗਰ ਉਹਨਾਂ ਨੇ ਦੇਖਿਆ ਕਿ ਵੀ ਸਾਡਾ ਤਾਂ ਜਿਹੜਾ ਆਰਥਿਕ ਨੁਕਸਾਨ ਇੰਨਾ ਕਰਤਾ ਹਿੰਦੁਸਤਾਨੀ ਨੇਵੀ ਅਤੇ ਏਅਰਫੋਰਸ ਨੇ ਰਲ ਕੇ, ਅਤੇ ਗਾਂ ਤੋਂ ਕਿਸੇ। ਔਰ ਉਹ ਵੀ ਹੋਰ ਵੀ ਦੱਸਦਾ ਕਿ ਜਿਹੜਾ ਮਿਜ਼ਾਈਲ ਬੋਟਸ ਦਾ ਹਮਲਾ, ਉਹਦੇ 'ਚ ਇੱਕ ਇਹਨਾਂ ਦਾ ਅਮਰੀਕੀ ਇੱਕ ਜਹਾਜ਼ ਆ ਰਿਹਾ ਸੀਗਾ, ਉਹਦੇ 'ਚ ਇਹਨਾਂ ਦੇ ਵਾਸਤੇ ਇਹ ਗੋਲਾ ਬਾਰੂਦ ਲੈ ਕੇ, ਉਹ ਵੀ ਇਹਨਾਂ ਨੇ ਉਡਾ ਦਿੱਤਾ। ਸੋ ਉਹ ਗੋਲਾ ਬਾਰੂਦ ਦੀ ਵੀ ਇਹਨਾਂ ਨੂੰ ਘਾਟਾ ਪੈਣ ਲੱਗ ਗਿਆ। ਸੋ ਇਸ ਤਰੀਕੇ ਨਾਲ ਇਹ ਸਟ੍ਰੈਟੇਜਿਕ ਬੰਬਿੰਗ ਕੈਂਪੇਨ ਨੇ ਪਾਕਿਸਤਾਨ ਨੂੰ ਮਜਬੂਰ ਕੀਤਾ ਕਿ ਜਿਹੜਾ ਨਾ ਆਪਣਾ ਯੁੱਧ ਸਮਾਪਤੀ ਦੀ ਜਿਹੜੀ ਆ ਦਾ ਐਲਾਨ ਜਿਹੜਾ ਨਾ ਉਹਨੂੰ ਮੰਨਣਾ ਪੈ ਗਿਆ। ਸੋ ਬਾਕੀ ਮੈਂ ਦੱਸਦਾ ਜੀ, ਇੱਕ ਸਾਡੀ ਰਣਨੀਤੀ ਜਿਹੜੀ ਹੈ ਨਾ ਉੱਥੇ ਪੂਰਬੀ ਪਾਕਿਸਤਾਨ 'ਚ ਇਹ ਸੀ ਕਿ ਵੀ 4-5 ਰਾਹਾਂ ਵੱਲੋਂ ਹਮਲਾ ਕਰਨਾ ਹੈ, ਅਤੇ ਢਾਕਾ ਜਿਹੜਾ ਕਿ ਵੀ ਆਪਣਾ ਉਹਨਾਂ ਦਾ ਕੈਪੀਟਲ ਸੀਗਾ, ਰਾਜਧਾਨੀ ਸੀਗਾ, ਔਰ ਜਿੱਥੇ ਉਹਨਾਂ ਦੇ ਹੈੱਡਕੁਆਟਰ ਸੀਗਾ ਉਹਨਾਂ ਦੀ ਫੌਜ ਦਾ, ਕਿ ਉਹਨੂੰ ਤੇ ਬਾਅਦ 'ਚ ਅਖੀਰ 'ਤੇ ਕਬਜ਼ਾ ਕਰਨਾ ਹੈ। ਮਗਰ ਇਹ ਹੈ ਕਿ ਉਦੋਂ ਉੱਥੇ ਅਗਰਤਲਾ ਦੇ ਪਾਸਿਓਂ ਹਮਲਾ ਕਰ ਰਹੀ ਸੀ ਸਾਡੀ 4 ਕੋਰ। ਉਹਦੇ ਕਮਾਂਡਰ ਸੀ ਇੱਕ ਬੜੇ ਦਲੇਰ, ਬੜਾ ਦੂਰਦਰਸ਼ੀ ਔਰ ਬੜਾ ਇੱਕ ਬੋਲਡ ਅਫਸਰ, ਲੈਫਟੀਨੈਂਟ ਜਨਰਲ ਸਗਤ ਸਿੰਘ। ਉਹਨਾਂ ਨੇ ਦੇਖਿਆ ਕਿ ਜਿਹੜਾ ਇੱਧਰੋਂ ਅਗਰਤਲਾ ਵੱਲੋਂ ਅਸੀਂ ਹਮਲਾ ਕਰ ਰਹੇ ਹਾਂ, ਅਤੇ ਇਹ ਜਿਹੜਾ ਨਾ
ਜੇ ਅਸੀਂ ਬੜਾ ਵੱਡਾ ਉੱਥੇ ਵਿਸ਼ਾਲ ਦਰਿਆ ਹੈ ਮੇਘਨਾ, ਜੇ ਉਹ ਪਾਰ ਕਰ ਦਈਏ ਤਾਂ ਸਿੱਧਾ ਡਾਕੇ ਤੱਕ ਪਹੁੰਚਿਆ ਜਾ ਸਕਦਾ ਹੈ। ਅਤੇ ਉਹ ਫਿਰ ਇਹਨਾਂ ਨੇ ਕੁਛ ਜਿਹੜੇ ਪਾਕਿਸਤਾਨ ਦੇ ਕੁਛ ਜਿਹੜੀਆਂ ਟੁਕੜੀਆਂ ਸੀਗੀਆਂ ਉਹਨਾਂ ਨੂੰ ਉੱਥੇ ਬਲੌਕ ਕਰਤਾ। ਉਹ ਵੀ ਇੱਕ ਪਹਿਲਾਂ ਇੱਕ ਹੈਲੀਕਾਪਟਰ ਆਪਰੇਸ਼ਨ ਕੀਤਾ ਸੀ ਸਿਲਟ, ਅਤੇ ਉੱਥੇ ਬਲੌਕ ਕੀਤਾ ਕਿ ਵੀ ਇਹ ਢਾਕਾ ਵੱਲ ਵਾਪਸ ਨਹੀਂ ਮੁੜ ਸਕਦੇ। ਅਤੇ ਉਹ ਕਰੇ ਦੂਜੀ ਵੀ ਕੁਛ ਇਹਨਾਂ ਦੀ ਫੌਜ ਉੱਧਰ ਸੀਗੀ ਮੇਘਨਾ ਤੋਂ ਪਿੱਛੇ ਹਟ ਕੇ, ਅਤੇ ਇੱਧਰ ਬਹਿਰ ਬਾਜ਼ਾਰ ਦੇ ਵਿੱਚ ਉਹਨਾਂ ਨੂੰ ਵੀ ਇੱਕ ਤਰ੍ਹਾਂ ਬੋਟਲ ਅਪ ਕੀਤਾ ਗਿਆ ਤਾਂ ਕਿ ਉਹ ਢਾਕਾ ਵੱਲ ਵਿਡਰਾਅ ਨਹੀਂ ਕਰ ਸਕਦੇ। ਔਰ ਫਿਰ ਹੈਲੀਕਾਪਟਰਾਂ ਦੇ ਰਾਹੀਂ ਇਹਨਾਂ ਨੇ ਫੌਜ ਮੇਘਨਾ ਤੋਂ ਪਾਰ ਪਹੁੰਚਾਈ। ਉੱਥੇ ਉਹਨਾਂ ਨੇ ਬੜੀ ਇਨੋਵੇਸ਼ਨ ਜੁਗਾੜ ਵਰਤ ਕੇ ਰਿਕਸ਼ੇ, ਟਰੱਕ, ਟ੍ਰੇਨਾਂ ਔਰ ਹਰ ਤਰ੍ਹਾਂ ਦੀ ਜਿਹੜੇ ਇੱਕ ਵਾਹਨ ਵਰਤ ਕੇ ਅਤੇ ਇਹ ਆਪਣੀ ਫੌਜ ਨੂੰ ਢਾਕਾ ਦੇ ਕੋਲ ਪਹੁੰਚਾਇਆ। ਉਹ ਫਿਰ ਉਹਦੇ ਨਾਲ ਹੋਰ ਵੀ ਪਾਸਿਓਂ ਢਾਕੇ ਵੱਲ ਐਡਵਾਂਸ ਹੋ ਰਿਹਾ ਸੀਗਾ। ਅਤੇ ਇਹ ਅੱਛਾ ਫਿਰ ਇਹਨਾਂ ਦਾ ਦੂਜਾ ਮੇਘਨਾ ਦਾ ਆਪਰੇਸ਼ਨ ਕੀਤਾ ਇਹਨਾਂ ਨੇ ਕਿ ਢਾਕਾ ਦਾ ਜਿਹੜਾ ਸਰਬਰਬ ਸੀਗਾ, ਦੱਖਣੀ ਸਰਬਰਬ, ਉੱਥੇ ਵੀ ਆਪਣਾ ਸਾਡੇ ਟਰੂਪਸ ਹੈਲੀਕਾਪਟਰ ਦੇ ਰਾਹੀਂ ਲੈਂਡ ਕੀਤੇ। ਉਹ ਫਿਰ ਚਾਰੋਂ ਤਰਫ ਉਹ ਘਿਰ ਗਏ ਔਰ ਉਹਨਾਂ ਕੋਲ ਇੰਨੀ ਉੱਥੇ ਫੌਜ ਨਹੀਂ ਸੀ ਕਿ ਵੀ ਦਿਫਾ ਕਰ ਸਕਣ। ਅਤੇ ਉਹ ਫਿਰ ਉਸ ਤੋਂ ਬਾਅਦ ਕੋਈ ਚਾਰਾ ਨਹੀਂ ਸੀ ਉਹਨਾਂ ਨੂੰ, ਸਿਰਫ ਕਿ ਵੀ ਆਤਮ ਸਮਰਪਣ ਦਾ ਹਥਿਆਰ ਸੁੱਟਣ ਦਾ। ਸੋ ਇਸ ਤਰ੍ਹਾਂ ਜਨਰਲ ਸਗਤ ਸਿੰਘ ਬੜਾ ਮੈਂ ਕਹਿੰਦਾ ਸੰਨ 71 ਦੀ ਲੜਾਈ ਦਾ ਸਭ ਤੋਂ ਦਲੇਰ ਜਿਹੜਾ ਕਮਾਂਡਰ ਉਹ ਨਿਕਲਿਆ। ਬਿਲਕੁਲ। ਅਤੇ ਆਜ਼ਾਦੀ ਤੋਂ ਬਾਅਦ ਕਾਫੀ ਲੜਾਈਆਂ ਵੀ ਹੋਈ। ਭਾਰਤ ਦੀ ਜਿਹੜੀ ਕਹੀਏ ਦੁਸ਼ਮਣੀ ਕਹੀਏ ਉਹ ਹਮੇਸ਼ਾ ਚੀਨ ਤੇ ਪਾਕਿਸਤਾਨ ਦੇ ਨਾਲ ਹਮੇਸ਼ਾ ਰਹੀ ਹੈ, ਅਤੇ ਦੋਨੋਂ ਹੀ ਜਿਹੜੇ ਦੇਸ਼ ਹੈ ਆਪਣੀ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਹੈ। ਸਰ 1971 ਤੋਂ ਬਾਅਦ ਕੀ ਕੁਝ ਹੋਰ ਕਹਾਣੀਆਂ ਦੱਸੋ। ਇੱਕ 71 ਦੀ ਮੈਂ ਕਹਾਣੀ ਕੋਟ ਨੂੰ ਦੱਸਣਾ ਚਾਹੁੰਦਾ ਕਿ ਸੰਨ 66 'ਚ ਅਸੀਂ ਕਮਾਂਡੋ ਦਸਤੇ ਆਪਣਾ ਭਾਰਤੀ ਫੌਜ ਵੀ ਖੜੇ ਕੀਤੇ। 9ਵੀਂ ਪੈਰਾਸ਼ੂਟ ਬਟਾਲੀਅਨ, 9ਵੀਂ ਪੈਰਾ ਕਮਾਂਡੋ, 10ਵੀਂ ਪੈਰਾ ਕਮਾਂਡੋ, ਅਤੇ ਬਾਅਦ 'ਚ ਤਾਂ ਖੈਰ ਬਹੁਤ ਸਾਰੀ ਹੁਣ ਖੜੀਆਂ ਹੋ ਗਈਆਂ ਨੇ। ਅਤੇ ਜਿਹੜੀ 9ਵੀਂ ਪੈਰਾ ਕਮਾਂਡੋ ਸੀਗੀ ਉਹਦੀ ਇੱਕ ਕੰਪਨੀ, ਉਹਨੂੰ ਗਰੁੱਪ ਕਹਿੰਦੇ ਆ, ਉਹ ਪੁੰਛ ਦੇ ਕੋਲ ਸੀਗੀ। ਅਤੇ ਪੁੰਛ 'ਤੇ ਪਾਕਿਸਤਾਨ ਨੇ ਬੜਾ ਤਗੜਾ ਹਮਲਾ ਕੀਤਾ ਸੀਗਾ। ਸ਼ਾਮ ਦੇ ਨਾਲ ਨਾਲ ਪੁੰਛ ਦੇ ਉੱਤੇ ਬੜਾ ਚਮੜਾ ਉਹਨਾਂ ਸੀਗਾ ਕਿ ਇਹ ਸਾਰਾ ਇਲਾਕਾ ਅਸੀਂ ਕਬਜ਼ਾ ਕਰ ਲਾਂਗੇ, ਅਤੇ ਫਿਰ ਅਸੀਂ ਹਿੰਦੁਸਤਾਨ ਨਾਲ ਗੱਲਬਾਤ ਦੇ ਵਿੱਚ, ਨੈਗੋਸੀਏਸ਼ਨ ਦੇ ਵਿੱਚ, ਬਾਰਗੇਨਿੰਗ ਚਿਪ ਵਰਤਾਂਗੇ ਕਿ ਆਪਣਾ ਇਹ ਇਲਾਕਾ ਅਸੀਂ ਕਬਜ਼ਾ ਕਰ ਲਿਆ। ਅਤੇ ਉਹ ਉੱਥੇ ਹਮਲਾ ਜਿਹੜਾ ਨਾ ਉਹਦੇ ਵਿੱਚ ਕੁਛ ਉਹਨਾਂ ਦੀ ਬੜੀ ਸਾਰੀ ਜਿਹੜੀ ਤੋਪਖਾਨੇ ਦੀ ਸਪੋਰਟ ਸੀਗੀ। ਉਹ ਇੱਕ ਮੰਡੋਲ ਥਾਂ, ਉੱਥੇ ਇਹਨਾਂ ਕੋਲ ਚੀਨੀ 122 ਮਿਲੀਮੀਟਰ ਦੇ ਹਾਰਡਜ਼ਰ ਸੀਗੇ, ਅਤੇ ਉਹਦੀ ਇੱਕ ਬੈਟਰੀ ਉੱਥੇ ਸੀ। ਅਤੇ ਉਹ ਫਿਰ ਇਹਨਾਂ ਨੂੰ ਟਾਸਕ ਦਿੱਤਾ ਗਿਆ 9 ਪੈਰਾ ਕਮਾਂਡੋ ਦੀ ਜਿਹੜੀ ਗਰੁੱਪ ਸੀਗਾ ਕਿ ਤੁਸੀਂ ਇਸ ਬੈਟਰੀ ਨੂੰ ਜਿਹੜਾ ਨਾ ਬੈਟਰੀ ਨੂੰ ਵਿਫਲ ਕਰਨਾ ਹੈ। ਸੋ ਇਹ ਜਿਹੜਾ ਨਾ ਨਿਯੰਤਰਣ ਰੇਖਾ ਜਿਹੜੀ ਹੁਣ ਨਿਯੰਤਰਣ ਰੇਖਾ ਕਹਿੰਦੇ ਆ, ਉਦੋਂ ਸੀਜ਼ਫਾਇਰ ਲਾਈਨ ਕਹਿੰਦੇ ਸੀਗੇ, ਉਹਦੇ ਵਿੱਚੋਂ ਇਨਫਿਲਟਰੇਟ ਹੋ ਕੇ ਅਤੇ ਬਗੈਰ ਪਾਕਿਸਤਾਨ ਨੂੰ ਪਤਾ ਲੱਗੇ ਇੱਕ ਪੂਰਾ 100 ਬੰਦਿਆਂ ਦਾ ਦਸਤਾ ਸੀਗਾ, ਅਤੇ ਉਹਨਾਂ ਦੀ ਜਿਹੜੀ ਬੈਟਰੀ ਹੈ ਮੰਡੋਲ ਦੇ ਕੋਲ ਜਿਹੜੀ ਸੀਗੀ ਉਹਦੇ ਕੋਲ ਪਹੁੰਚੇ। ਉੱਥੋਂ ਫਿਰ ਇਹਨਾਂ ਨੇ ਹਮਲਾ ਕੀਤਾ। ਉਹਨਾਂ ਦੇ ਸਾਰੇ ਜਿੰਨੇ ਵੀ ਤੋਪਚੀ ਸੀਗੇ ਸਾਰੇ ਮਾਰੇ, ਔਰ 6 ਦੀ 6 ਜਿਹੜੀ ਤੋਪਾਂ ਸੀਗੀਆਂ ਉਹਨਾਂ ਦੇ ਉੱਤੇ ਇਹਨਾਂ ਨੇ ਐਕਸਪਲੋਸਿਵ ਚਾਰਜ ਲਾ ਕੇ ਅਤੇ ਸਾਰੇ ਉਡਾਏ। ਔਰ ਫਿਰ ਇਹ ਆਪਣਾ ਕਰਕੇ ਅਤੇ ਵਾਪਸ ਆ ਗਏ। ਬੜੀ ਥੋੜ੍ਹੀ ਕੈਜੁਅਲਟੀ ਸੀਗੀ ਇਹਨਾਂ ਦੀਆਂ ਆਪਣੀਆਂ, ਮਗਰ ਉਹ ਉਹਨਾਂ ਦੀ ਬੈਟਰੀ ਖਤਮ ਕਰਤੀ ਬਿਲਕੁਲ। ਔਰ ਉਹਦੇ ਨਾਲ ਨਾ ਹੀ ਸਿਰਫ ਬੈਟਰੀ ਖਤਮ ਕੀਤੀ, ਅਤੇ ਉਹ ਜਿਹੜਾ ਤੋਪਖਾਨੇ ਵੱਲੋਂ ਇਹਨਾਂ ਨੂੰ ਸਪੋਰਟ ਮਿਲ ਰਹੀ ਸੀ ਉਹਨਾਂ ਦੇ ਹਮਲਾਵਰਾਂ ਨੂੰ, ਉਹ ਬੰਦ ਹੋ ਗਿਆ। ਮਗਰ ਪਾਕਿਸਤਾਨ ਦਾ ਜਿਹੜਾ ਇੱਕ ਡਾਕਟਰਿਨ ਸੀਗਾ ਉਹ ਬਦਲਣਾ ਪੈ ਗਿਆ ਉਹਨਾਂ ਨੂੰ ਦੇਖ ਕੇ ਕਿ ਵੀ ਇਹ ਹਿੰਦੁਸਤਾਨੀ ਕਮਾਂਡੋ ਦਾ ਕਿਰਦਾਰ ਕਿਹੋ ਜਿਹਾ। ਉਸ ਤੋਂ ਬਾਅਦ ਫਿਰ ਇਹਨਾਂ ਨੂੰ ਇੱਕ ਟਾਸਕ ਮਿਲਿਆ ਸੀਗਾ ਉੱਥੇ, ਫਿਰ ਇਸੇ ਤਰ੍ਹਾਂ ਹੀ ਇੱਕ ਉਹਨਾਂ ਦੀ ਤੋਪਖਾਨੇ ਦੀ ਬੈਟਰੀ ਤੋਂ ਹਮਲੇ ਕਰਨ ਦਾ, ਪਰ ਉਨੀ ਚਿਰ 'ਚ ਲੜਾਈ ਸਮਾਪਤੀ ਦਾ ਐਲਾਨ ਹੋ ਗਿਆ ਸੀਗਾ। ਸੋ ਉਹ ਮੰਡੋਲ ਰੇਡ ਜਿਹੜਾ ਨਾ ਬੜਾ ਇੱਕ ਅਹਿਮ ਭੂਮਿਕਾ ਰੱਖਦਾ ਫੌਜੀ ਇਤਿਹਾਸ ਦੇ ਵਿੱਚ। ਅਤੇ ਜੇ ਹੁਣ ਅਸੀਂ ਆਈਏ ਅੱਗੇ ਕਾਰਗਿਲ ਦੀ ਲੜਾਈ 'ਚ,
ਇੱਕ ਬੜੀ ਵੱਡੀ ਗੱਲ ਜਿਹੜੀ ਹੁੰਦੀ ਹੈ ਨਾ, ਵੱਡਾ ਰੋਲ ਪਲੇ ਕਰਦੀ ਹੈ ਲੜਾਈ ਦੇ ਵਿੱਚ, ਉਹ ਹੈ ਤੁਹਾਡੀ ਲੀਡਰਸ਼ਿਪ ਦਾ, ਖਾਸ ਕਰਕੇ ਜੂਨੀਅਰ ਲੀਡਰਸ਼ਿਪ ਦਾ। ਜਿਹੜੇ ਤੁਹਾਡੇ ਪਲਟੂਨ ਕਮਾਂਡਰ ਹੁੰਦੇ ਨੇ, ਜਿਹੜੇ ਤੁਹਾਡੇ ਕੰਪਨੀ ਕਮਾਂਡਰ ਹੁੰਦੇ ਨੇ, ਜਿਹੜੇ ਤੁਹਾਡੇ ਬਟਾਲੀਅਨ ਕਮਾਂਡਰ ਹੁੰਦੇ ਨੇ, ਤੋ ਉਹ ਇਹੋ ਜਿਹਾ ਉਹ ਜਿਹੜੀ ਲੀਡਰਸ਼ਿਪ ਹੈ, ਔਰ ਖਾਸ ਕਰਕੇ ਜਿਹੜਾ ਪੈਦਲ ਸੈਨਾ ਜਿਹੜੀ ਇਨਫੈਂਟਰੀ ਹੈ, ਉਹਦੇ ਵਿੱਚ ਬੜੀ ਇੱਕ ਬੋਲਡ ਅਤੇ ਇਨੋਵੇਟਿਵ ਅਤੇ ਬੜੀ ਇੰਸਪੀਰੇਸ਼ਨਲ ਹੋਣੀ ਚਾਹੀਦੀ ਹੈ। ਇਹੋ ਜਿਹਾ ਇੱਕ ਬੰਦਾ ਸੀਗਾ, ਇਹੋ ਜਿਹਾ ਇੱਕ ਲੀਡਰ ਸੀਗਾ, ਇਹੋ ਜਿਹਾ ਇੱਕ ਅਫਸਰ ਸੀਗਾ ਵਿਕਰਮ ਬੱਤਰਾ। ਅਸੀਂ ਤਾਂ ਹੁਣ ਉਹ ਬਾਇਓਪਿਕ ਵੀ ਬਣੀ ਹੈ, ਮਗਰ ਇਕੱਲੇ ਬਾਇਓਪਿਕ 'ਤੇ ਨਹੀਂ ਸਾਨੂੰ ਜਾਣਾ ਚਾਹੀਦਾ, ਉਹਦੀ ਕਹਾਣੀ ਪੂਰੀ ਦੇਖਣੀ ਚਾਹੀਦੀ ਹੈ, ਸੁਣਨੀ ਚਾਹੀਦੀ ਹੈ। ਬੜਾ ਬਹਾਦਰ ਸੀਗਾ, ਦਲੇਰ ਸੀਗਾ। ਉਹਦੇ ਬੰਦੇ ਉਹਦੇ ਪਿੱਛੇ ਹਰ ਥਾਂ, ਬੇਸ਼ੱਕ ਤੁਸੀਂ ਉਹਨਾਂ ਨੂੰ ਇੱਥੇ ਨਰਕ ਵਿੱਚ ਲੈ ਜਾਓ, ਉਹ ਨਾਲ ਜਾਣ ਨੂੰ ਤਿਆਰ ਸੀਗੇ। ਇਹੋ ਜਿਹੀ ਉਹਦੀ ਪਰਸਨੈਲਿਟੀ ਸੀਗੀ, ਔਰ ਇਹੋ ਜਿਹਾ ਉਹਦਾ ਸੀਗਾ। ਔਰ ਜਿਸ ਤਰ੍ਹਾਂ ਉਹਦੇ ਖੈਰ ਉਹਨੇ ਨਵੀਂ ਦਿਲ ਇਹ ਦਿਲ ਮੰਗੇ ਮੋਰ, ਸ਼ੇਰ ਸ਼ਾਹ ਦੀ ਇਹ ਸਾਰਾ ਕੁਝ ਪ੍ਰਚਲਿਤ ਕੀਤਾ, ਉਹ ਸਾਰਾ ਉਹਦੀ ਇੱਕ ਪਰਸਨੈਲਿਟੀ ਦਾ ਹਿੱਸਾ ਸੀਗਾ। ਔਰ ਉਹਦੇ ਕਰਕੇ ਜਿਹੜੇ ਉਹਦੇ ਆਦਮੀ ਹੈ, ਉਹਦੇ ਜਵਾਨ ਸੀਗੇ, ਉਹਦੇ ਨਾਲ ਹਰ ਥਾਂ ਜਾਣ ਨੂੰ ਤਿਆਰ ਸੀਗੇ, ਹਰ ਮੈਦਾਨ ਫਤਿਹ ਕਰਨ ਨੂੰ ਤਿਆਰ ਸੀਗੇ। ਔਰ ਉਹ ਇੱਕ ਪ੍ਰਤੀਕ ਹੈ ਕਿ ਜਿਹੜੇ ਭਾਰਤੀ ਲੀਡਰਸ਼ਿਪ ਹੈ, ਅਫਸਰਾਂ ਦਾ ਇੱਕ ਪ੍ਰਤੀਕ ਹੈ ਕਿ ਜਿਸ ਤਰ੍ਹਾਂ ਦੀ ਉਹਨਾਂ ਨੂੰ ਟ੍ਰੇਨਿੰਗ ਮਿਲਦੀ ਹੈ, ਜਿਸ ਤਰ੍ਹਾਂ ਦੀ ਸਿੱਖਿਆ ਇਹਨਾਂ ਨੂੰ ਮਿਲਦੀ ਹੈ, ਔਰ ਜਿਸ ਤਰ੍ਹਾਂ ਦਾ ਇੱਕ ਮੋਰਲ ਫੋਰਸ ਉਹਨਾਂ ਦੇ ਵਿੱਚ ਭਰਿਆ ਜਾਂਦਾ ਹੈ, ਔਰ ਜਿਸ ਤਰ੍ਹਾਂ ਉਹਨਾਂ ਦੀ ਰਵਾਇਤ ਹੁੰਦੀ ਹੈ ਫੋਲੋ ਮੀ, ਕਿ ਮੇਰੇ ਪਿੱਛੇ ਆਓ, ਕਿ ਤਾਂ ਕਿ ਸਭ ਤੋਂ ਅੱਗੇ ਹੁੰਦੇ। ਇਸ ਕਰਕੇ ਦੇਖੋ ਕਿ ਅੰਕੜਿਆਂ ਦੇ ਹਿਸਾਬ ਨਾਲ ਜਿਹੜੇ ਅਫਸਰ ਨੇ ਭਾਰਤੀ ਸੈਨਾ ਦੇ, ਸਭ ਤੋਂ ਜ਼ਿਆਦਾ ਉਹਨਾਂ ਦੀ ਕੈਜੁਅਲਟੀ ਉਹਨਾਂ ਦੀ ਹੁੰਦੀ ਹੈ, ਕਿਉਂਕਿ ਹਮੇਸ਼ਾ ਅੱਗੇ ਹੁੰਦੇ ਨੇ, ਔਰ ਹਮੇਸ਼ਾ ਆਪਣਾ ਸ਼ਹਾਦਤ ਦੇਣ ਵਾਸਤੇ ਤਿਆਰ ਹੁੰਦੇ ਨੇ, ਹਮੇਸ਼ਾ ਗੋਲੀ ਖਾਣ ਵਾਸਤੇ ਤਿਆਰ ਹੁੰਦੇ ਨੇ। ਸੋ ਵਿਕਰਮ ਬੱਤਰਾ ਜਿਹੜਾ ਨਾ ਇੱਕ ਬਹੁਤ ਵੱਡਾ ਪ੍ਰਤੀਕ ਹੈ, ਇੱਕ ਬਹੁਤ ਬੜੀ ਵੱਡੀ ਮਿਸਾਲ ਹੈ ਕਿ ਜਿਹੜੀ ਭਾਰਤੀ ਫੌਜ ਦੀ ਯੂਨਿਟ ਲੀਡਰਸ਼ਿਪ ਦਾ। ਬਿਲਕੁਲ ਸਰ, ਜਿਹੜੇ ਲੀਡਰਸ ਤਾਂ ਹੀ ਉਹਨਾਂ ਨੂੰ ਕਿਹਾ ਜਾਂਦਾ ਹੈ, ਕਿਉਂਕਿ ਅਸੀਂ ਸ਼ਾਇਦ ਰੀਅਲ ਲਾਈਫ ਦੇ ਵਿੱਚ ਜਦ ਲੀਡਰਸ ਕਹਿੰਦੇ ਹਾਂ ਤੇ ਅਸੀਂ ਉਹਨਾਂ ਨੂੰ ਫੋਲੋ ਤਾਂ ਜ਼ਰੂਰ ਕਰਦੇ, ਲੇਕਿਨ ਉਹ ਟੀਮ ਸਿਰਫ ਲੀਡ ਕਰਦੇ, ਲੇਕਿਨ ਫੌਜ ਦੇ ਵਿੱਚ ਕੁਝ ਹੋਰ ਤਰੀਕੇ ਦੇ ਨਾਲ ਹੁੰਦਾ ਹੈ। ਤੁਸੀਂ ਵਿਕਰਮ ਬੱਤਰਾ ਦੀ ਗੱਲ ਕੀਤੀ ਸਰ, ਮੈਨੂੰ ਇੱਕ ਨਾਂ ਯਾਦ ਆ ਰਿਹਾ ਹੈ, ਕੈਪਟਨ ਸੌਰਵ ਕਾਲੀਆ ਦਾ। ਉਹਨਾਂ ਦੀ ਵੀ ਕਾਫੀ ਇੱਕ ਕਹਾਣੀ ਕਹੀਏ ਕਿ ਬਹੁਤ ਘੱਟ ਲੋਕੀ ਜਾਣਦੇ ਹੈ ਉਹਨਾਂ ਬਾਰੇ ਵੀ। ਦੇਖੋ, ਬੜਾ ਬਹਾਦਰ ਲੜਕਾ ਸੀਗਾ, ਬੜਾ ਦਲੇਰ ਲੜਕਾ ਸੀਗਾ, ਔਰ ਬੜੀ ਦਰਦਨਾਕ ਕਹਾਣੀ ਹੈ ਜੋ ਉਹਨਾਂ ਨੇ ਕੀਤਾ ਹੈ। ਇਹ ਜਿਹੜਾ ਇੱਕ ਲੜਾਈ ਦੇ ਵੀ ਨਿਯਮ ਹੁੰਦੇ ਨੇ, ਉਹ ਲੜਾਈ ਦੇ ਨਿਯਮ ਨੂੰ ਤੋੜ ਕੇ ਤੇ ਇਸ ਤਰ੍ਹਾਂ ਕੀਤਾ ਗਿਆ। ਔਰ ਮੈਂ ਜੋ ਕਹਿੰਦਾ ਕਿ ਵੀ ਇਹ ਜਿਹੜੀ ਚੀਜ਼ ਨੇ, ਇਹਨੂੰ ਛੱਡਿਆ ਨਹੀਂ ਜਾਣਾ ਚਾਹੀਦਾ, ਔਰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜਾਂ ਹੋਰ ਕਿਸੇ ਵੀ ਅਦਾਰੇ ਦੇ ਰਾਹੀਂ ਇਹ ਇਨਸਾਫ ਜ਼ਰੂਰ ਮਿਲਣਾ ਚਾਹੀਦਾ। ਉਹ ਪਤਾ ਜ਼ਰੂਰ ਕਰਨਾ ਚਾਹੀਦਾ ਕਿ ਕਿਹਨਾਂ ਨੇ ਉਹਨੂੰ ਤੇ ਉਹਦੇ 4 ਜਵਾਨਾਂ ਨੂੰ ਤਸੀਹੇ ਦਿੱਤੇ, ਉਹਨਾਂ ਨੂੰ ਇਹੋ ਜਿਹੇ ਜ਼ਖਮ ਦਿੱਤੇ, ਔਰ ਕਿਸ ਤਰ੍ਹਾਂ ਉਹਨਾਂ ਨੂੰ ਬੜੀ ਬੇਰਹਿਮੀ ਨਾਲ ਮਾਰਿਆ, ਅਤੇ ਇਹ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਔਰ ਇਹਦੇ ਵਿੱਚ ਇਸ ਉਦਮ ਦੇ ਵਿੱਚ ਮੈਂ ਹਰ ਯੋਗਦਾਨ ਦੇਣ ਨੂੰ ਤਿਆਰ ਹਾਂ। ਬਿਲਕੁਲ, ਇਹ ਵੀ ਦੱਸ ਦਿੰਦੇ ਕਿ ਉਹਨਾਂ ਦੇ ਪੇਰੈਂਟਸ ਹਾਲੇ ਵੀ ਸਟਰਗਲ ਕਰ ਰਹੇ ਹੈ, ਉਹ ਇਨਸਾਫ ਦੀ ਬਿਲਕੁਲ ਹਾਲੇ ਵੀ ਮੰਗ ਕਰਦੇ ਨੇ ਕਿ ਮੇਰੇ ਬੱਚੇ ਨੂੰ ਇਨਸਾਫ ਮਿਲ ਜਾਏ। ਉਹ ਪ੍ਰੈਜ਼ੀਡੈਂਟ ਤੱਕ ਉਹਨਾਂ ਦਾ ਜਿਹੜਾ ਆਪਣੀ ਦਲੀਲਾਂ ਦੇ ਚੁੱਕੇ ਨੇ ਬਾਹਰ। ਨਹੀਂ, ਨਾ ਹੀ ਸਰਕਾਰ ਇਕੱਲੀ ਸਰਕਾਰ, ਮਗਰ ਸਾਰੇ ਮੁਲਕ ਨੂੰ ਉਹਨਾਂ ਨਾਲ ਹੋਣਾ ਚਾਹੀਦਾ। ਔਰ ਇਹ ਬੜੀ ਜਿਹੜੀ ਇੱਕ ਮੰਗ ਹੈ ਬੜੀ ਵੱਡੀ, ਔਰ ਇਹ ਲੋੜ ਹੈ ਕਿ ਵੀ ਸੌਰਵ ਕਾਲੀਆ ਅਤੇ ਉਹਦੇ ਜਵਾਨਾਂ ਨੂੰ ਇਨਸਾਫ ਮਿਲਣਾ ਚਾਹੀਦਾ, ਔਰ ਇਹ ਸਾਨੂੰ ਛੱਡਣੀ ਨਹੀਂ ਚਾਹੀਦੀ ਇਸ ਗੱਲ ਨੂੰ। ਅਸੀਂ ਸੰਨ 71 'ਚ ਜਿਹੜੇ ਪੂਰਬੀ ਪਾਕਿਸਤਾਨ 'ਚ ਜਿਹੜੇ ਵਧੀਕੀਆਂ ਕੀਤੀਆਂ, ਉਹ ਅਸੀਂ ਨਜ਼ਰਅੰਦਾਜ਼ ਕਰਤੀਆਂ। ਉਹ ਪਾਕਿਸਤਾਨੀ ਜਿਹੜੇ ਅਫਸਰ ਸੀਗੇ, ਬਾਕੀ ਫੌਜੀ ਸੀਗੇ, ਉਹਨਾਂ ਨੂੰ ਵਾਪਸ ਕਰਤੇ ਸੀਗੇ। ਮਗਰ ਇਸ ਮਾਮਲੇ ਦੇ ਵਿੱਚ ਕੋਈ ਮਾਫੀ ਨਹੀਂ ਹੋਣੀ ਚਾਹੀਦੀ, ਕੋਈ ਭੁੱਲ ਨਹੀਂ ਹੋਣੀ ਚਾਹੀਦੀ, ਕੋਈ ਢਿੱਲ ਨਹੀਂ ਹੋਣੀ ਚਾਹੀਦੀ, ਔਰ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ। ਸਰ, ਸਮੇਂ ਦੇ ਨਾਲ ਅਸੀਂ ਹੁਣ ਆਪਣੀ ਡਿਫੈਂਸ ਫੋਰਸਿਸ ਦੀ ਗੱਲ ਕਰੀਏ, ਕਿੰਨੀ ਕੁ ਜ਼ਿਆਦਾ ਤਬਦੀਲੀ ਆ ਗਈ ਹੈ? ਪਹਿਲਾਂ ਕੰਮ ਕਰਨਾ ਆਸਾਨ ਸੀਗਾ ਜਾਂ ਹੁਣ ਜ਼ਿਆਦਾ ਆਸਾਨ ਹੋ ਗਿਆ ਹੈ? ਕੰਮ ਕਰਨਾ ਤਾਂ ਕਦੀ ਆਸਾਨ ਨਹੀਂ ਹੁੰਦਾ। ਨਵੀਆਂ ਚੁਣੌਤੀਆਂ ਹੁੰਦੀਆਂ ਨੇ, ਨਵੇਂ ਤਰੀਕੇ ਹੁੰਦੇ ਨੇ, ਨਵੇਂ ਖਤਰੇ ਮਹਿਸੂਸ ਹੁੰਦੇ ਨੇ। ਸੋ ਉਹ ਕੰਮ ਤਾਂ ਜਿਹੜਾ ਨਾ ਉਹ ਉਸ ਤਰ੍ਹਾਂ ਹੀ ਰਹਿੰਦਾ। ਮਗਰ ਇਹ ਹੈ ਕਿ ਵੀ ਕੁਛ ਨਵੀਂ ਚੀਜ਼ਾਂ ਹੁੰਦੀਆਂ, ਨਵੇਂ ਹਥਿਆਰ ਆਉਂਦੇ ਨੇ,
ਨਵੀਂ ਤਕਨੀਕ ਆਉਂਦੇ ਨੇ, ਨਵੀਂ ਟੈਕਨੋਲੋਜੀ ਆਉਂਦੀ ਹੈ, ਨਵੀਂ ਇਕੁਇਪਮੈਂਟ ਆਉਂਦੀ ਹੈ, ਤੇ ਉਹ ਵੀ ਇੱਕ ਬੜੀ ਵੱਡੀ ਚੁਣੌਤੀ ਹੁੰਦੀ ਹੈ ਕਿ ਵੀ ਉਹਨਾਂ 'ਤੇ ਮਹਾਰਤ ਹਾਸਲ ਕਰਨੀ। ਸੋ ਉਹ ਜਿਹੜਾ ਨਾ ਉਹ ਇਸ 'ਤੇ ਹਮੇਸ਼ਾ ਸਾਡੇ ਜਵਾਨ ਖਰੇ ਉਤਰੇ ਨੇ ਔਰ ਉਹਨਾਂ ਚੁਣੌਤੀਆਂ ਨੂੰ ਸਵੀਕਾਰ ਕੀਤਾ ਔਰ ਉਹਨਾਂ ਨੂੰ ਨਜਿੱਠਿਆ ਵੀ ਹੈ, ਕਿਉਂਕਿ ਉਹ ਇੱਕ ਜਿਹੜੀ ਤਰਬੀਅਤ ਹੈ, ਉਹ ਸਿੱਖਿਆ ਜਿਹੜੀ ਹੈ ਔਰ ਇੱਕ ਜਿਹੜੀ ਪ੍ਰੋਫੈਸ਼ਨਲਿਜ਼ਮ ਉਹਨਾਂ ਦੇ ਵਿੱਚ ਭਰੀ ਜਾਂਦੀ ਹੈ, ਔਰ ਖਾਸ ਕਰਕੇ ਅਫਸਰਾਂ ਦੀ ਭੂਮਿਕਾ ਬਹੁਤ ਅਹਿਮ ਰਹਿੰਦੀ ਹੈ ਇਹਦੇ ਵਿੱਚ ਵੀ। ਤਾਂ ਉਹ ਆਪਣਾ ਕੰਮ ਹਮੇਸ਼ਾ ਆਪਣੇ ਕੰਮ ਦੇ ਉੱਤੇ ਹੁੰਦੇ ਨੇ, ਦੇ ਆਰ ਆਲਵੇਜ਼ ਔਨ ਟੌਪ ਆਫ ਦੇਅਰ ਵਰਕ। ਸੋ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਜਿਹੜਾ ਹੈ ਨਾ, ਇਹ ਇਹਨਾਂ ਦੇ ਵਾਸਤੇ ਇੱਕ ਰੋਜ਼ਮर्रे ਦਾ ਕੰਮ ਹੈ। ਸਰ, ਅੱਜ ਅਸੀਂ ਕਿਸੇ ਕਹਾਣੀਆਂ ਤਾਂ ਜਾਣੀਆਂ, ਲੇਕਿਨ ਇਹਨਾਂ ਵਿੱਚੋਂ ਦੋ ਚੀਜ਼ਾਂ ਬਹੁਤ ਕਾਮਨ ਹੈ, ਚਾਈਨਾ ਐਂਡ ਪਾਕਿਸਤਾਨ। ਦੋਨਾਂ ਦੇ ਨਾਲ ਇੰਡੀਆ ਦਾ ਹਮੇਸ਼ਾ ਕੌਨਫਲਿਕਟ ਰਿਹਾ ਹੈ। ਚਾਈਨਾ ਸਰ ਸਾਡੇ ਬਾਅਦ ਜਿਹੜਾ ਹੈ ਕਾਫੀ ਤਰੱਕੀ ਕਰ ਗਿਆ, ਹਾਲਾਂਕਿ ਪੋਪੂਲੇਸ਼ਨ ਦੇ ਮਾਮਲੇ ਦੇ ਵਿੱਚ ਵੀ ਹੁਣ ਇੰਡੀਆ ਚਾਈਨਾ ਤੋਂ ਜ਼ਿਆਦਾ ਹੈ, ਪਰ ਟੈਕਨੋਲੋਜੀ ਦੇ ਮਾਮਲੇ 'ਚ ਉਹ ਬਹੁਤ ਜ਼ਿਆਦਾ ਆਪਣੇ ਆਪ ਗਰੋ ਕਰ ਚੁੱਕੇ ਨੇ। ਲੇਕਿਨ ਇਸ ਕੌਨਫਲਿਕਟ ਦੀ ਸ਼ੁਰੂਆਤ ਤੁਸੀਂ ਜਿਸ ਤਰੀਕੇ ਦੇ ਨਾਲ ਮੈਨੂੰ ਦੱਸੀ, ਹੁਣ ਵੀ ਸਰ ਇਹ ਕੌਨਫਲਿਕਟਸ ਲਗਾਤਾਰ ਜਾਰੀ ਹੈ, ਚਾਹੇ ਅਸੀਂ ਅਰੁਣਾਚਲ ਪ੍ਰਦੇਸ਼ ਦੀ ਗੱਲ ਕਰੀਏ ਜਾਂ ਫਿਰ ਇੱਥੇ ਸਿਆਚਿਨ ਲਦਾਖ ਦੀ ਗੱਲ ਕਰੀਏ, ਲਗਾਤਾਰ ਇਹਨਾਂ ਵੱਲੋਂ ਘੁਸਪੈਠ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪਾਕਿਸਤਾਨ ਵੱਲੋਂ ਵੀ ਲਗਾਤਾਰ ਡਰੋਨ ਰਾਹੀਂ ਨਸ਼ਾ ਹਥਿਆਰ, ਹੁਣ ਉਹਨਾਂ ਨੇ ਉਹ ਪੈਟਰਨ ਨਾਰਕੋ ਟੈਰਰਿਜ਼ਮ ਜਿਸ ਨੂੰ ਅਸੀਂ ਕਹਿੰਦੇ, ਉਹ ਤਰੀਕਾ ਹਨ ਅਪਣਾ ਰਹੇ ਨੇ। ਅਜਿਹੇ ਦੇ ਵਿੱਚ ਭਾਰਤ ਦੀ ਗੱਲ ਕੀਤੀ ਜਾਵੇ ਸਰ, ਚੈਲੰਜਸ ਕੀ ਨੇ, ਤੇ ਇਸ ਤੋਂ ਇਲਾਵਾ ਜਿਹੜੇ ਬਾਕੀ ਦੇਸ਼ ਨੇ ਉਹਨਾਂ ਦੀ ਭੂਮਿਕਾ ਇਹਨਾਂ ਦੋਨਾਂ ਦੇ ਨਾਲ ਜਿਹੜੀ ਕੌਨਫਲਿਕਟਸ ਉਹਨਾਂ ਵਿੱਚ ਕਿਸ ਤਰੀਕੇ ਦੇ ਨਾਲ ਤੁਸੀਂ ਦੇਖਦੇ ਹੋ? ਖਾਸ ਕਰ ਅਸੀਂ UN ਦੀ ਗੱਲ ਕਰ ਲੈਂਦੇ। ਦੇਖੋ, ਜਿਹੜੇ ਚੁਣੌਤੀਆਂ ਨੇ, ਮੌਜੂਦਾ ਚੁਣੌਤੀਆਂ ਨੇ ਔਰ ਜਿਹੜੇ ਭਵਿੱਖ ਵਿੱਚ ਆਉਣ ਵਾਲੀ ਚੁਣੌਤੀਆਂ ਨੇ, ਸਾਨੂੰ ਉਹਨਾਂ ਨੂੰ ਸਵੀਕਾਰ ਕਰਨਾ ਚਾਹੀਦਾ, ਉਹ ਸਾਨੂੰ ਉਹਨਾਂ ਦੇ ਪਛਾਣਨਾ ਚਾਹੀਦਾ ਔਰ ਉਹਨਾਂ ਦੇ ਉੱਤੇ ਕਾਬੂ ਪਾਉਣਾ ਚਾਹੀਦਾ। ਚੀਨ ਮੈਂ ਸਮਝਦਾ ਇੱਕ ਬੜੀ ਓਵਰਰੇਟਡ ਹੈ ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੋ ਸਕਦੀ ਮੇਰੇ ਵੱਲੋਂ ਕਿ ਚੀਨ ਨੂੰ ਨਜਿੱਠਣਾ ਜਿਹੜਾ ਹੈ ਨਾ ਕੋਈ ਆਪਣਾ ਬਹੁਤਾ ਔਖਾ ਨਹੀਂ ਹੈਗਾ। ਸਿਰਫ ਇਹ ਹੈ ਕਿ ਵੀ ਆਪਣੇ ਜਿਹੜਾ ਮਾਨਸਿਕ ਜਿਹੜੀ ਹੈ ਨਾ ਇੱਕ ਸ਼ਕਤੀ, ਮਨ ਦੀ ਸ਼ਕਤੀ ਹੈ, ਉਹ ਬਣਾਉਣ ਦੀ ਲੋੜ ਹੈਗੀ ਹੈ। ਸਨ 62 ਦੇ ਵਿੱਚ ਉਹ ਇੱਕ ਕਿਸਮ ਦੀ ਉਹਨਾਂ ਵੱਲੋਂ ਸਾਡੇ ਉੱਤੇ ਮੋਰਲ ਅਸੈਂਡੈਂਸੀ ਆ ਗਈ ਸੀਗੀ, ਜਿਹੜਾ ਕਿ ਵੀ ਸਨ 67 ਦੇ ਨਾਥੂਲਾ ਅਤੇ ਚੋਲਾ ਦੀ ਜਿਹੜੀ ਆਪਣਾ ਉੱਥੇ ਕਲੈਸ਼ ਵਗੈਰਾ ਹੋਏ ਨੇ, ਉਹ 'ਚ ਅਸੀਂ ਦੂਰ ਕੀਤੀ। ਫਿਰ ਸਨ 88 ਦੇ ਵਿੱਚ ਫਿਰ ਉਹਨਾਂ ਨੇ ਸਾਨੂੰ ਟੋਹਣ ਦੀ ਕੋਸ਼ਿਸ਼ ਕੀਤੀ, ਦੇਖਣ ਦੀ ਕੋਸ਼ਿਸ਼ ਕੀਤੀ ਔਰ ਫਿਰ ਅਸੀਂ ਉਹਨਾਂ ਦਾ ਚੁਣੌਤੀ ਸਵੀਕਾਰ ਕੀਤੀ, ਆਪਣੀ ਫੌਜ ਭੇਜੀ ਔਰ ਸਮਦਰੰਗਚੂ ਦੇ ਮੁਕਾਮ 'ਤੇ ਉਹਨਾਂ ਨੂੰ ਪਿੱਛੇ ਹਟਣਾ ਪੈ ਗਿਆ। ਅਤੇ ਫਿਰ ਇਹ 2012 'ਚ ਫਿਰ ਕਰ ਰਹੇ, ਫਿਰ ਅਸੀਂ ਆਪਣੀ ਰਣਨੀਤੀ ਬਿਲਕੁਲ ਬਦਲ ਦਿੱਤੀ ਕਿ ਸਿਰਫ ਦਿਫਾ ਹੀ ਨਹੀਂ ਇਕੱਲਾ ਸਾਡਾ ਟੀਚਾ ਹੋਣਾ ਚਾਹੀਦਾ, ਮਗਰ ਦੁਸ਼ਮਣ ਦੇ ਇਲਾਕੇ ਦੇ ਵਿੱਚ ਲੜਾਈ ਲੈ ਕੇ ਜਾਣੀ ਚਾਹੀਦੀ ਹੈ, ਹਮਲਾ ਕਰਨਾ ਚਾਹੀਦਾ। ਔਰ ਮਾਊਂਟਨ ਸਟ੍ਰਾਈਕ ਕੋਰ ਦੀ ਜਿਹੜੀ ਹੈ ਰੇਜ਼ਿੰਗ ਸ਼ੁਰੂ ਕੀਤੀ ਔਰ ਤੁਸੀਂ ਦੇਖੋ ਉਹਦੇ ਨਾਲ ਫਿਰ ਚੀਨੀ ਚੁੱਪ ਕਰ ਗਏ ਸੀਗੇ। ਉਹ ਤੋਂ ਬਾਅਦ ਫਿਰ ਸਮਾਂ ਬਦਲ ਗਿਆ ਅਤੇ ਕੁਛ ਅਸੀਂ ਪੈਸੇ ਬਚਾਉਣ ਦੇ ਪਿੱਛੇ ਅਸੀਂ ਜਿਹੜੀ ਦੂਜੀ ਮਾਊਂਟਨ ਸਟ੍ਰਾਈਕ ਕੋਰ ਹੈ ਉਹ ਕੈਂਸਲ ਕਰਤੀ। ਪਹਿਲੀ ਵੀ ਜਿਹੜੀ ਸੀਗੀ ਉਹ ਅੱਧੀ ਰੇਜ਼ ਕੀਤੀ ਸੀਗੀ, ਉੱਥੇ ਤੱਕ ਹੀ ਰੱਖੀ। ਉਹ ਚੀਨ ਫਿਰ ਦਲੇਰ ਹੁਸ਼ਿਆਰ ਹੋ ਗਏ, ਉਹਨਾਂ ਨੇ ਫਿਰ ਸਾਡੇ ਇਲਾਕੇ 'ਤੇ ਕਬਜ਼ਾ ਕਰ ਲਿਆ ਔਰ ਅਸੀਂ ਸ਼ਾਇਦ ਪਤਾ ਨਹੀਂ ਡਿਨਾਇਲ ਦੇ ਵਿੱਚ ਬੈਠੇ ਹਾਂ। ਅਤੇ ਚੀਨ ਜਿਹੜਾ ਨਾ ਇੱਕ ਉਹਦਾ ਇੱਕ ਜੇ ਅੰਗਰੇਜ਼ ਦਾ ਲਫ਼ਜ਼ ਵਰਤੀ, ਇੱਕ ਬੁਲੀ ਦਾ ਕਿਸਮ ਦਾ ਉਹਨਾਂ ਦਾ ਕਿਰਦਾਰ ਹੈ ਔਰ ਜਿਹੜੇ ਬੁਲੀ ਹੁੰਦੇ ਨੇ ਉਹਨਾਂ ਨੂੰ ਤੁਹਾਨੂੰ ਤਗੜੇ ਤਰੀਕੇ ਨਜਿੱਠਣਾ ਹੀ ਪੈਂਦਾ ਔਰ ਫਿਰ ਉਹ ਡਰਪੋਕ ਕਿਸਮ ਦੇ, ਮਤਲਬ ਜੇ ਮੈਂ ਉਹ ਆਪਣਾ ਬੱਚਿਆਂ ਦੀ ਭਾਸ਼ਾ ਵਰਤਾਂ ਅਤੇ ਉਹ ਫਿਰ ਡਰਪੋਕ ਨਿਕਲਦੇ ਨੇ, ਜਿਹੜੇ ਬੁਲੀ ਹੁੰਦੇ ਨੇ ਹਮੇਸ਼ਾ ਡਰਪੋਕ ਨਿਕਲਦੇ ਨੇ। ਸੋ ਉਹਨਾਂ 'ਤੇ ਯੂ ਹੈਵ ਟੂ ਸਟੈਂਡ ਅਪ ਟੂ ਦੈਮ, ਇਹ ਗੱਲ ਹੈ। ਬਾਕੀ ਰਹੀ ਗੱਲ ਪਾਕਿਸਤਾਨ ਦੀ, ਪਾਕਿਸਤਾਨ ਹੁਣ ਡਰੋਨ ਦੇ ਵਰਤੇ ਵਗੈਰਾ, ਅਤੇ ਠੀਕ ਹੈ ਕੁਛ ਦਿਫਾਈ ਅਸੀਂ ਤਰੀਕੇ ਵਰਤੇ ਹੈ, ਕੋਈ ਡਰੋਨ ਕੁਛ ਆਪਣਾ ਉਹਨਾਂ 'ਤੇ ਡਾਊਨ ਕੀਤਾ ਵਗੈਰਾ, ਮਗਰ ਉਹਨਾਂ 'ਤੇ ਵੀ ਕੁਛ ਹਮਲਾ ਕਰਨ ਦੀ ਲੋੜ ਹੈ, ਕੁਛ ਉਹਨਾਂ 'ਤੇ ਸਿੱਖ ਲੱਗੇ। ਜਿਹੜੇ 87 ਤੋਂ ਲੈ ਕੇ 92 ਤੱਕ ਅਸੀਂ ਉਹਨਾਂ 'ਤੇ ਕਾਊਂਟਰ ਮੈਜਰਸ, ਇੱਕ ਸੀਕਰਟ ਖੁਫੀਆ ਕਾਊਂਟਰ ਮੈਜਰਸ ਅਸੀਂ ਵਰਤੇ ਉਦੋਂ ਉਸ ਜ਼ਮਾਨੇ ਦੇ ਵਿੱਚ, ਉਹਦੇ ਕਰਕੇ ਤਾਂ ਪੰਜਾਬ 'ਚ ਸ਼ਾਂਤੀ ਆਈ ਹੈ।
ਹੈਂ ਉਹਨਾਂ ਨੇ ਵੀ ਬੰਦ ਕਰਤਾ ਆਪਣਾ ਕੀ ਕਹਿੰਦੇ ਨੇ ਹਥਿਆਰ ਦੇਣੇ ਅਤੇ ਪੈਸੇ ਦੇਣੇ ਅਤੇ ਸਿਖਲਾਈ ਕਰਨੀ ਅਤੇ ਮਦਦ ਕਰਨੀ ਪੰਜਾਬ ਦੇ ਵਿੱਚ ਦਹਿਸ਼ਤਗਰਦਾਂ ਦੀ, ਉਸੇ ਕਰਕੇ ਕਿ ਜਿਹੜੇ ਅਸੀਂ ਵੀ ਉਹਨਾਂ 'ਤੇ ਖੁਫੀਆ ਤਰੀਕੇ ਨਾਲ ਹਮਲੇ ਕਰਦੇ ਰਹੇ। ਇਹ ਤਾਂ ਬਹੁਤੀ ਗੱਲ ਲੋਕਾਂ ਨੂੰ ਪਤਾ ਨਹੀਂ ਇਸ ਗੱਲ ਦਾ, ਮਗਰ ਹੋਈ ਹੈ ਇਸ ਕਰਕੇ ਕਿਸੇ ਦਿਨ ਨਿਕਲ ਗਏ ਸਾਹਮਣੇ ਆਉਣਗੀਆਂ। ਅਤੇ ਇਸੇ ਤਰੀਕੇ ਨਾਲ ਸਾਨੂੰ ਉਹਨਾਂ 'ਤੇ ਕੁਛ ਨਾ ਕੁਛ ਕਰਨਾ ਚਾਹੀਦਾ। ਦੇਖੋ ਆਪਣਾ 26/11 ਦੇ ਅਸੀਂ ਕੁਛ ਨਹੀਂ ਕੀਤਾ, ਤੋ ਜਿਹੜਾ ਨਾ ਇਸ ਤਰ੍ਹਾਂ ਜਿਹੜੇ ਸੁਪਰ ਪਾਵਰ ਇਸ ਤਰ੍ਹਾਂ ਨਹੀਂ ਬਣਦੇ ਹੁੰਦੇ। ਅਤੇ ਤੁਸੀਂ ਦੇਖੋ ਕਿਸ ਤਰ੍ਹਾਂ ਪਿਛੋਕੜ ਦੇ ਵਿੱਚ ਕਿੱਦਾਂ ਸਾਡੇ ਲੀਡਰਾਂ ਨੇ ਕੰਮ ਕੀਤਾ ਕਿ 65 ਦੇ ਵਿੱਚ ਪਾਕਿਸਤਾਨ ਨੇ ਘੁਸਪੈਠੀਏ ਭੇਜੇ ਕਸ਼ਮੀਰ 'ਚ, ਸ਼ਾਸਤਰੀ ਨੇ ਉਸੇ ਵੇਲੇ ਲਾਹੌਰ 'ਤੇ ਹਮਲਾ ਕਰਤਾ। ਉਹ ਹੈਰਾਨ ਰਹਿ ਗਏ ਕਿ ਇੰਨੀ ਛੋਟੀ ਕੱਦ ਦਾ ਆਦਮੀ ਜਿਹੜੇ ਕਿ ਵੀ ਉਹਦੇ ਆਪਣੇ ਪਾਰਟੀ ਉਹਦੇ ਆਪਣੇ ਮੁਲਕ ਦੇ ਵਿੱਚ ਲੋਕੀ ਇਹਨੂੰ ਕੁਛ ਨਹੀਂ ਸਮਝਦੇ, ਅਤੇ ਉਹਨੇ ਹਮਲੇ ਦਾ ਹੁਕਮ ਕਿਸ ਨੇ ਦੇ ਦਿੱਤਾ। ਫਿਰ ਇਸ ਤਰ੍ਹਾਂ ਗੱਲ ਆ ਗਈ 71 'ਚ ਉੱਥੇ ਇਹਨਾਂ ਨੇ ਆਪਣਾ ਪੂਰਬੀ ਪਾਕਿਸਤਾਨ 'ਚ ਇਹਨਾਂ ਨੇ ਮਿਲਟਰੀ ਕਰੈਕਡਾਊਨ ਕੀਤਾ, ਉੱਥੇ ਲੋਕੀ ਮਾਰਨੇ ਸ਼ੁਰੂ ਕਰਤੇ। ਉੱਥੇ ਸ਼ਰਨਾਰਥੀ ਸਾਡੇ 10 ਲੱਖ ਸ਼ਰਨਾਰਥੀ ਸਾਡੇ ਮੁਲਕ 'ਚ ਆ ਗਏ। ਇੰਦਰਾ ਗਾਂਧੀ ਨੇ ਉਸੇ ਵੇਲੇ ਕਰਤਾ ਸੀ ਕਿ ਵੀ ਹਮਲਾ ਕਰੋ, ਫੌਜ ਨੇ ਮੰਗਿਆ ਕਿ ਸਾਨੂੰ ਵਕਤ ਦਿਓ, ਦੇ ਦਿੱਤਾ ਸਾਰੀ ਪੂਰੀ ਕੋਸ਼ਿਸ਼ ਕੀਤੀ। ਫਿਰ ਦੁਬਾਰਾ ਤੋਂ ਦੇਖੋ 83 'ਚ ਪਤਾ ਲੱਗਿਆ ਕਿ ਪਾਕਿਸਤਾਨ ਸਿਆਚਿਨ ਦੇ ਉੱਤੇ ਕਬਜ਼ਾ ਕਰਨ ਨੂੰ ਤਿਆਰ ਹੈ। ਇੰਦਰਾ ਗਾਂਧੀ ਉਸੇ ਵੇਲੇ ਫੌਜ ਨੂੰ ਕਿਹਾ ਕਿ ਨਹੀਂ, ਉਹਨਾਂ ਤੋਂ ਪਹਿਲਾਂ ਤੁਸੀਂ ਪਹੁੰਚੋ। ਬਹੁਤ ਸਾਰਾ ਪੈਸਾ ਦਿੱਤਾ ਉਹਨਾਂ ਨੂੰ, ਹਰ ਕਿਸਮ ਦੀ ਸਹੂਲਤ ਦਿੱਤੀ, ਜੋ ਮੰਗਦੇ ਸੀ ਇਕੁਪਮੈਂਟ ਵਗੈਰਾ ਹਥਿਆਰ ਸਭ ਕੁਝ ਦਿੱਤੇ। ਔਰ ਅਸੀਂ ਉਹਨਾਂ ਤੋਂ ਸਿਆਚਿਨ ਗਲੇਸ਼ੀਅਰ ਦੇ ਉੱਤੇ ਜਿਹੜਾ ਸਾਲਟੋਰੋ ਰੇਂਜ ਆ ਡੋਮੀਨੈਂਟ ਵਗੈਰਾ, ਉਹ 2 ਹਫ਼ਤੇ ਪਹਿਲਾਂ ਪਹੁੰਚੇ ਹੈ, ਕਿਉਂਕਿ ਉਦੋਂ ਦੀ ਇੱਕ ਸਿਆਸੀ ਅਤੇ ਫੌਜੀ ਲੀਡਰਸ਼ਿਪ ਕੋਈ ਦ੍ਰਿਸ਼ਟੀ ਸੀਗੀ, ਦੂਰਦਰਸ਼ੀ ਸੀਗੇ ਅਤੇ ਫੈਸਲਾ ਕੁੰਨ ਸੀਗੇ। ਇਹ ਜੇ ਸਾਨੂੰ ਹੁਣ ਕਰਨ ਦੀ ਲੋੜ ਹੈਗੀ ਹੈ ਕਿ ਵੀ ਇਹ ਦੋਨੋਂ ਜਿਹੜੇ ਚੁਣੌਤੀਆਂ ਨੇ ਇਹਨਾਂ ਨੂੰ ਉਹੀ ਜਿਹੜਾ ਨਾ ਇੱਕ ਜਿਹੜੀ ਉਹ 65 ਦੀ 71 ਦੀ ਸਿਆਚਿਨ ਵਾਲੀ ਜਿਹੜੀ ਇੱਕ ਜਜ਼ਬਾ ਸੀਗਾ, ਉਸੇ ਜਜ਼ਬੇ ਨਾਲ ਫਿਰ ਕੰਮ ਕਰਨ ਦੀ ਲੋੜ ਹੈ। ਬਿਲਕੁਲ। ਅਤੇ ਕਿਹਾ ਇਹ ਵੀ ਜਾਂਦਾ ਹੈ ਸਰ ਕਿ ਚਾਈਨਾ ਜਿਹੜਾ ਹੈ ਉਹ ਹੈਲਪ ਕਰਦਾ ਪਾਕਿਸਤਾਨ ਨੂੰ, ਕਿਉਂਕਿ ਜਿਹੜੀ ਕਹਿੰਦੇ ਨੇ ਕਿ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਹੈ, ਅਤੇ ਉਸ ਹਿਸਾਬ ਨਾਲ ਸਰ ਕਿੰਨੀ ਕੁ ਸੱਚਾਈ ਹੈ ਇਹਨਾਂ ਗੱਲਾਂ ਦੇ ਵਿੱਚ? ਉਹ ਇਹ ਇਕੱਲੇ ਇਹ ਨਹੀਂ ਗੱਲ ਹੈ, ਉਹ ਤਾਂ ਹੁਣ ਤਾਂ ਉਹਨਾਂ 'ਤੇ ਬਹੁਤ ਵੱਡੇ ਸਟੇਕਸ ਆ ਗਏ ਨੇ। ਜਿਹੜਾ ਉਹਨਾਂ ਦੇ ਨਵੇਂ ਜਿਹੜੇ ਉਹਨਾਂ ਦੇ ਇਨੀਸ਼ੀਏਟਿਵ ਨੇ, ਬੈਲਟ ਐਂਡ ਰੋਡ ਇਨੀਸ਼ੀਏਟਿਵ, ਸਿਲਕ ਰੂਟ ਵਗੈਰਾ, ਔਰ ਉਹਦੇ ਤਹਿਤ ਜਿਹੜਾ CPEC ਆਪਣਾ ਚੀਨ ਪਾਕਿਸਤਾਨ ਆਰਥਿਕ ਕੋਰੀਡੋਰ ਜਿਹੜਾ ਹੈ, ਉਹ ਸਾਰਾ ਤੇ ਜਿਹੜਾ ਗਿਲਗਿਟ ਬਾਲਟਿਸਤਾਨ ਹੈ ਜਿਹੜਾ ਪਾਕਿਸਤਾਨ ਵੱਲੋਂ ਕਬਜ਼ਾ ਕੀਤਾ ਹੈ ਇਲਾਕਾ ਜੰਮੂ ਕਸ਼ਮੀਰ ਰਿਆਸਤ ਦਾ, ਉਹਦੇ ਉੱਥੋਂ ਜਾਂਦਾ ਕਾਰਾਕੋਰਮ ਹਾਈਵੇ ਵਗੈਰਾ ਸਾਰਾ ਉੱਥੋਂ ਤੋਂ ਜਾਂਦਾ ਸਾਰਾ। ਅਤੇ ਉਹ ਤਾਂ ਫਿਰ ਹੁਣ ਇਹਨਾਂ ਦੇ ਸਟੇਕਸ 'ਤੇ ਇੱਧਰ ਗਿਲਗਿਟ ਬਾਲਟਿਸਤਾਨ 'ਚ ਅਤੇ ਬਾਕੀ ਜੰਮੂ ਕਸ਼ਮੀਰ ਰਿਆਸਤ ਦਾ ਪੁਰਾਣਾ ਜੰਮੂ ਕਸ਼ਮੀਰ ਰਿਆਸਤ ਦਾ ਇਲਾਕਾ ਜਿਹੜਾ ਹੈ ਨਾ, ਉਹ 'ਚ ਚੀਨ ਦੇ ਸਟੇਕਸ ਬਹੁਤ ਹਾਈ ਨੇ ਹੁਣ। ਤਾਂ ਉਹ ਤਾਂ ਹਰ ਕੋਸ਼ਿਸ਼ ਕਰਨਗੇ ਕਿ ਵੀ ਅਸੀਂ ਆਪਣੇ ਜਿਹੜੇ ਸਾਡੇ ਮਨਸੂਬੇ ਨੇ ਉਹਨਾਂ ਵਿੱਚ ਅਸੀਂ ਕਾਮਯਾਬ ਨਾ ਹੋਈਏ। ਬਿਲਕੁਲ, ਤਾਂ ਇਹ ਅਲਾਰਮਿੰਗ ਸਿਚੁਏਸ਼ਨ ਹੈ ਕਹਿ ਸਕਦੇ। ਉਹ ਤਾਂ ਹੈ ਹੀ ਹੈ, ਬਿਲਕੁਲ ਹੈ, ਬਿਲਕੁਲ ਠੀਕ ਹੈ, ਬਿਲਕੁਲ। ਤੇ ਲੇਕਿਨ ਫੌਜ ਦਾ ਜਿਹੜਾ ਜਜ਼ਬਾ ਹੈ ਉਹ ਕਦੇ ਵੀ ਘੱਟ ਨਹੀਂ ਹੁੰਦਾ ਹੈ। ਅੱਜ ਅਸੀਂ ਸੁਰੱਖਿਅਤ ਬੈਠੇ ਹਾਂ ਆਪਣੀ ਥਾਵਾਂ ਤੇ, ਆਪਣੇ ਘਰਾਂ ਦੇ ਵਿੱਚ ਫ੍ਰੀਲੀ ਘੁੰਮ ਸਕਦੇ ਹਾਂ, ਉਹ ਸਾਡੇ ਫੌਜ ਕਰਕੇ ਹੀ ਹੈ। ਤੇ ਜਿਹੜੀ ਕਹਾਣੀਆਂ ਸਰ ਤੁਸੀਂ ਦੱਸੀ ਹੈ ਇਹ ਸ਼ਾਇਦ ਬਹੁਤ ਲੋਕਾਂ ਨੂੰ ਪਤਾ ਨਹੀਂ ਹੋਣੀਆਂ। ਅਸੀਂ ਸਿਰਫ ਬੇਸਿਕ ਲੜਾਈਆਂ ਬਾਰੇ ਜਾਣਦੇ ਜਿਹੜੀ ਕਿ ਭਾਰਤ ਤੇ ਚਾਈਨਾ ਜਾਂ ਫਿਰ ਪਾਕਿਸਤਾਨ ਦੇ ਨਾਲ ਜ਼ਰੂਰ ਹੋਈਆਂ, ਜਿਹੜੀ ਅਸੀਂ ਕਿਤਾਬਾਂ ਦੇ ਵਿੱਚ ਪੜ੍ਹੀਆਂ ਨੇ। ਲੇਕਿਨ ਜਿਹੜੀ ਕਹਾਣੀਆਂ ਤੁਸੀਂ ਦੱਸੀਆਂ, ਇਹ ਹੋਪ ਕਰਦੇ ਹਾਂ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਜਿਹੜੀ ਕਿ ਖਾਸ ਕਰ ਨਸ਼ੇ ਦੇ ਦਲਦਲ ਦੇ ਵਿੱਚ ਫਸ ਚੁੱਕੇ ਨੇ, ਉਹਨਾਂ ਨੂੰ ਪ੍ਰਭਾਵਿਤ ਕਰੇ ਕਿਸੇ ਪ੍ਰਕਾਰ ਨਾਲ ਕਿ ਅਸੀਂ ਕਿਸ ਤਰੀਕੇ ਦੇ ਨਾਲ ਦੇਸ਼ ਦੇ ਨਾਲ ਜੁੜਨਾ ਹੈ। ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਪੰਜਾਬ ਟੁਡੇ ਦੇ ਵਿੱਚ ਆਉਣ ਦੇ ਲਈ ਤੇ ਇਹ ਕਹਾਣੀਆਂ ਸਾਡੇ ਨਾਲ ਸ਼ੇਅਰ ਕਰਨ ਦੇ ਲਈ। ਬਸ ਤੁਹਾਡਾ ਧੰਨਵਾਦ ਮੈਨੂੰ ਸੱਦਣ ਦਾ। ਅਖੀਰ 'ਚ ਬਸ ਮੈਂ ਇੱਕੋ ਗੱਲ ਕਰਨਾ ਚਾਹੁੰਦਾ ਕਿ ਸਾਡੀ ਫੌਜ ਨੂੰ ਮੇਰੇ ਵੱਲੋਂ ਸਲੂਟ ਹੈ। ਦੇਸ਼ ਤੋਂ ਉੱਤੇ ਕੁਛ ਨਹੀਂ ਹੈ, ਹਰ ਸੈਨਿਕ ਦਾ ਇਹੀ ਇੱਕ ਮੋਟੋ ਹੁੰਦਾ ਹੈ। ਭਲੇ ਹੀ ਇਸ ਗਣਤੰਤਰ ਦਿਵਸ ਅਸੀਂ ਆਪਣਾ 74ਵਾਂ ਗਣਤੰਤਰ ਦਿਵਸ ਮਨਾ ਰਹੇ ਨੇ, ਲੇਕਿਨ ਇਹਨਾਂ ਫੌਜੀਆਂ ਦੀ ਸ਼ਹਾਦਤ ਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ?
ਕਦੇ ਵੀ ਨਹੀਂ, ਕਿਉਂਕਿ ਇਹ ਕਹਾਣੀਆਂ ਸਾਨੂੰ ਪ੍ਰੇਰਨਾ ਦਿੰਦੀ ਹੈ, ਖਾਸ ਕਰ ਉਹਨਾਂ ਨੌਜਵਾਨਾਂ ਨੂੰ ਜਿਹੜੇ ਕਿ ਨਸ਼ੇ ਦੀ ਦਲਦਲ ਦੇ ਵਿੱਚ ਧੱਸ ਚੁੱਕੇ ਨੇ, ਜਿਹੜੇ ਕਿ ਬਾਹਰ ਆਉਣ ਦੇ ਲਈ ਇੱਕ ਕਹੀਏ ਕਿ ਮੋਟਿਵ ਦੀ ਤਲਾਸ਼ ਕਰ ਰਹੇ ਤੇ ਉਹਨਾਂ ਦੇ ਲਈ ਇਹ ਮੋਟਿਵ ਦੀ ਤਰ੍ਹਾਂ ਕੰਮ ਕਰੇ। ਹੋ ਸਕਦਾ ਹੈ ਉਹਨਾਂ ਨੂੰ ਬਹੁਤ ਕੁਝ ਇਸ ਤੋਂ ਸਿੱਖਣ ਨੂੰ ਵੀ ਮਿਲੇ ਕਿ ਹਾਲਾਤ ਚਾਹੇ ਜਿਹੜੇ ਮਰਜ਼ੀ ਹੋਣ, ਦੇਸ਼ ਤੋਂ ਉੱਤੇ ਕੁਝ ਨਹੀਂ, ਕੁਰਬਾਨੀਆਂ ਕਿਸ ਤਰੀਕੇ ਦੇ ਨਾਲ ਦਿੱਤੀ ਜਾਂਦੀ ਹੈ ਇਹ ਸਾਨੂੰ ਦਿਖਾਉਂਦੇ ਹੈ ਸਾਡੇ ਦੇਸ਼ ਦੇ ਫੌਜੀ। ਇਹਨਾਂ ਫੌਜੀਆਂ ਨੂੰ, ਇਹਨਾਂ ਸੈਨਿਕਾਂ ਨੂੰ ਸਾਡਾ ਦਿਲ ਤੋਂ ਸਲਾਮ ਹੈ। ਜੈ ਹਿੰਦ।